मेरे मीता मैल खोई कोट अग हरे निर्मल भय चीता। ऐसी भगत गोविंद की कीट हस्ती जीता। जो जो कीनो अपनो तिस अपै दान दीता। सिंह बिलाई हुए गयो तृण मेर दिखिता। श्रम करते दम आड़ को ते गनी तनिता। कवन वडाई कह सको बेअंत गुनीता। कर कृपा मोहे नाम देहो नानक दार सरिता। बाणी गुरु गुरु है बाणी विच बाणी अमृत सारे। गुरबाणी कह सेवक जन माना परतख गुरु निस्तारे। सतनाम श्री वाहिगुरु साहिब जियो। तीरथ नावा जे तिस भावा विण भाने के नाई करी। जेती सिर ठोपाई वेखा विण कर्मा कै मिलै लई। मत विच रतन जवाहर माणिक जेक गुर की सिख सुनी। गुरा एक धी बुझाई सबना जिया का एक दाता। सो मैं विसर न जाई। वाहिगुरु जी का खालसा वाहिगुरु जी की फतेह। गरीब नवाज पतत पावन भगत वशल कृपा निधान जोत स्वरूप अंतरजामी सर्व कला समरथ। कुदरत दे कादर हाजिर नाजिर अकाल पुरख वाहिगुरु जी दे सरगुण स्वरूप सतगुरु श्री गुरु नानक देव जी महाराज हजूर दे दसां स्वरूपां दे आत्मिक जोत स्वरूप चावर तखत छत्र दे मालक जुगो जुग अटल धन गुरु ग्रंथ साहिब जी दी परम पवित्र हजूरी अंदर सुभाएमान सतगुरु जी की साजी निवाजी परम सन्मानयोग गुरु रूप खालसा साध संगत जी। सतगुरु जी की परम कृपालता का सदका शामा के समय दे सज रहे दीवान अंदर हाजरियां भरन का सुभाग समा सानू प्राप्त होया है। रहराज साहब के पाठ तो उपरंत गुरमुख प्यारे रागी जथे की रसना तो हजूर की पावन बाणी का शब्द कीर्तन बहुत प्रेम पूर्वक आप जी ने सरवण किया है। हुण इस तरह सतगुरु जी की अमृतमयी बाणी श्री जपजी साहब जी की जो कथा आरंभ हुई है इस कथा का समा है। और पिछले दीवाना च कल तक पंजवीं पौड़ी तक विचार आप जी ने श्रवण की है। सतगुरु नानक देव महाराज जी की ये शाहकार रचना गुरु ग्रंथ साहब की प्रधान बाणी है और जिसका महात्म ब्रह्म ज्ञान की प्राप्ति करने वाली बाणी के तौर पर कथन किया जाता है। गुरमुख प्यारे गुरसिख इस बाणी के बहुत बहुत पाठ अपने जीवन दौरान करते हैं और सतगुरु महाराज सच्चे पातशाह आप भी दसां जामिया इस बाणी का नितनेम किया है। आओ सतगुरु जी के अमृत बचनों गुरु कृपा सदका विचारिए और सुनिए। सतगुरु जी ने जो मूल मंत्र है उसके अंदर परमेश्वर का स्वरूप ते तटस्थी लक्षण बयान किया कि वो एक वाहद हस्ती है, सारी सृष्टि का रचनहार है और वो सच्चे नाम वाला है।
ਸਾਰੀ ਸ੍ਰਿਸ਼ਟੀ ਦਾ ਰਚਨਹਾਰ ਕਰਤਾ ਪੁਰਖ ਸਾਰੇ ਵਿੱਚ ਸਮਾਇਆ ਹੋਇਆ, ਔਰ ਉਹਦਾ ਸਰੂਪ, ਉਹਦੀ ਹਸਤੀ, ਉਹਦਾ ਵਜੂਦ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ। ਜੂਨਾ ਤੋਂ ਰਹਿਤ ਅਜਨਮਾ ਸਰੂਪ ਹੈ। ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਆਪ ਰੂਪ ਹੈ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦਾ ਗਿਆਨ ਪ੍ਰਾਪਤ ਹੁੰਦਾ, ਔਰ ਉਹ ਜਪਣੇ ਯੋਗ ਹੈ। ਔਰ ਆਦਿ ਵਿੱਚ ਵੀ ਸੱਚ ਸਰੂਪ ਸੀ, ਜੁਗਾਂ ਆਦਿਕਾਂ ਦੇ ਆਰੰਭ ਵਿੱਚ ਵੀ, ਹੁਣ ਵੀ ਤੇ ਆਉਣ ਵਾਲੇ ਸਮੇਂ 'ਚ ਵੀ ਸੱਚ ਸਰੂਪ ਹੀ ਹੋਵੇਗਾ। ਔਰ ਫਿਰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਾਹਰੀ ਤੌਰ 'ਤੇ ਭੇਖ ਦੇ ਕਰਮ ਹਨ, ਉਹਨਾਂ ਦਾ ਖੰਡਨ ਕੀਤਾ ਹੈ ਕਿ ਸਰੀਰ ਦੀ ਸੋਚ ਪਵਿੱਤਰਤਾ ਰੱਖਣ ਦਾ ਯਤਨ ਕਰੀਏ ਤਾਂ ਸਾਡਾ ਮਾਨਸਿਕ ਤਲ ਸੁੱਚਾ ਨਹੀਂ ਹੋ ਸਕਦਾ। ਭਾਵੇਂ ਲੱਖਾਂ ਵਾਰੀ ਇਸ ਸਰੀਰ ਨੂੰ ਧੋਈ ਜਾਈਏ, ਪਵਿੱਤਰ ਕਰਨ ਦਾ ਯਤਨ ਕਰੀਏ। ਔਰ ਇਸੇ ਤਰ੍ਹਾਂ ਜ਼ਬਾਨ ਦੀ ਚੁੱਪ ਧਾਰਨ ਨਾਲ ਮਨ ਦੀ ਚੁੱਪ ਨਹੀਂ ਹੋ ਸਕਦੀ। ਔਰ ਜਿਹੜੇ ਤ੍ਰਿਸ਼ਨਾਲੂ ਲੋਕ ਆ ਜਾਂ ਭੁੱਖੇ ਲੋਕ ਆ, ਵਰਤਾਲ ਰੱਖਣ ਨਾਲ ਵੀ ਉਹਦੀ ਭੁੱਖ ਨਹੀਂ ਸਦਾ ਲਈ ਮਿਟ ਸਕਦੀ ਤੇ ਤ੍ਰਿਸ਼ਨਾ ਨਹੀਂ ਅੰਦਰੋਂ ਜਾ ਸਕਦੀ। ਔਰ ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਵੀ ਧਾਰਨ ਕਰੀਏ ਤਾਂ ਇੱਕ ਵੀ ਸਿਆਣਪ ਅੱਗੇ ਪਰਲੋਕ ਵਿੱਚ ਨਾਲ ਨਹੀਂ ਚੱਲਦੀ। ਹੁਕਮੀ ਪਰਮਾਤਮਾ ਦੀ ਹੁਕਮ ਦੀ ਰਜ਼ਾ ਅੰਦਰ ਰਹਿ ਕੇ ਹੀ ਅਸੀਂ ਉਸ ਨੂੰ ਖੁਸ਼ ਕਰ ਸਕਦੇ ਹਾਂ, ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ। ਔਰ ਹੁਕਮ ਜੀਵਾਂ ਦੇ ਨਾਲ ਹੀ ਲਿਖਿਆ ਹੋਇਆ, ਉਸ ਦੀ ਰਜ਼ਾ ਵਿੱਚ ਭਾਣੇ ਅੰਦਰ ਪ੍ਰਸੰਨ ਰਹਿਣ ਦਾ ਉਪਦੇਸ਼ ਪਹਿਲੀ ਪੌੜੀ 'ਚ ਬਖਸ਼ਿਆ। ਫਿਰ ਦੂਸਰੀ ਪੌੜੀ 'ਚ ਹੁਕਮ ਦਾ ਕਥਨ ਕੀਤਾ ਹੈ ਤੇ ਜਿਹੜਾ ਹੁਕਮ ਹੈ ਪਰਮਾਤਮਾ ਦਾ, ਜਿਵੇਂ ਵਾਹਿਗੁਰੂ ਦਾ ਸਰੂਪ ਸਾਰਾ ਕਥਨ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਭਾਵੇਂ ਸਾਰੇ ਆਕਾਰ ਜੀ ਜੰਤ ਉਸ ਵਾਹਿਗੁਰੂ ਦੇ ਹੁਕਮ ਦੁਆਰਾ ਹੀ ਪੈਦਾ ਹੋਏ ਬਣੇ ਹਨ ਤੇ ਹੁਕਮ ਵਿੱਚ ਹੀ ਸਾਰੇ ਚੱਲ ਰਹੇ ਹੈ, ਪਰ ਹੁਕਮ ਦਾ ਕਥਨ ਨਹੀਂ ਹੋ ਸਕਦਾ। ਹੁਕਮ ਦੁਆਰਾ ਹੀ ਇੱਕ ਸ਼ੁਭ ਕਰਮੀ ਜਿਹੜੇ ਹਨ ਉੱਤਮ ਅਖਵਾਉਂਦੇ ਹਨ, ਇੱਕ ਨੀਚ ਮੱਧਮ ਕਰਮ ਕਰਕੇ, ਕਨਿਸ਼ਟ ਕਰਮ ਕਰਕੇ ਤੇ ਉਹ ਨੀਵੇਂ ਸਦਾਉਂਦੇ ਹਨ। ਔਰ ਇਸ ਪ੍ਰਕਾਰ ਇੱਕ ਹੁਕਮ ਦੇ ਦੁਆਰਾ ਹੀ ਕਰਮਾਂ ਅਨੁਸਾਰ ਦੁੱਖ ਤੇ ਸੁੱਖ ਦੇ ਲੇਖ ਲਿਖੇ ਜਾਂਦੇ ਆ ਤੇ ਉਹ ਕਰਮਾਂ ਅਨੁਸਾਰ ਹੀ ਪਰਮੇਸ਼ਰ ਆਪਣੇ ਹੁਕਮ ਵਿੱਚ ਦੁੱਖ ਤੇ ਸੁੱਖ ਜੀਆਂ ਨੂੰ ਭੁਗਤਾਉਂਦਾ ਹੈ। ਸਭ ਕੁਝ ਹੁਕਮ ਦੇ ਅੰਦਰ ਆ, ਹੁਕਮ ਤੋਂ ਬਾਹਰ ਆ ਕੋਈ ਨਹੀਂ। ਜੇ ਜੀਵ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਵੇ ਤਾਂ ਫਿਰ ਹਉਮੈ ਵਾਲਾ ਕੋਈ ਵਾਕ ਨਹੀਂ ਇਹ ਕਹਿ ਸਕਦਾ। ਇਸੇ ਤਰ੍ਹਾਂ ਉਸ ਪਰਮੇਸ਼ਰ ਦੇ ਤਾਣ ਨੂੰ, ਬਲ ਨੂੰ ਕੋਈ ਗਾਉਂਦਾ ਹੈ ਜੇ ਉਹਦੇ ਅੰਦਰ ਬਲ ਹੋਵੇ ਤਾਂ। ਪਰਮਾਤਮਾ ਜੇ ਬਲ ਬਖਸ਼ੇ ਤਾਂ ਹੀ ਉਹਦੇ ਬਲ ਜ਼ੋਰ ਨੂੰ ਗਾਇਆ ਜਾ ਸਕਦਾ। ਕੋਈ ਉਹਦੀਆਂ ਦਾਤਾਂ ਨੂੰ ਉਸ ਦੀ ਨਿਸ਼ਾਨੀ ਜਾਣ ਕੇ ਤੇ ਫਿਰ ਉਸ ਨੂੰ ਗਾ ਰਿਹਾ ਹੈ, ਕੋਈ ਕਠਨ ਵਿਦਿਆ ਦੁਆਰਾ ਗਾ ਰਿਹਾ, ਕੋਈ ਇਸ ਕਰਕੇ ਗਾ ਰਿਹਾ ਕਿ ਪਰਮਾਤਮਾ ਸਰੀਰਾਂ ਨੂੰ ਸਾਜ ਕੇ ਫਿਰ ਇਹਨਾਂ ਤਨਾਂ ਨੂੰ ਖੇਚ ਮਿਲਾ ਦਿੰਦਾ, ਮਿੱਟੀ ਰੂਪ ਕਰ ਦਿੰਦਾ। ਸੋ ਇਸ ਪ੍ਰਕਾਰ ਉਹ ਕੋਈ ਇਸ ਕਰਕੇ ਗਾ ਰਿਹਾ ਕਿ ਪਰਮਾਤਮਾ ਇਸ ਜਿੰਦ ਨੂੰ ਸਰੀਰ ਚੋਂ ਕੱਢ ਲੈਂਦਾ, ਕਿਸੇ ਹੋਰ ਦੇਹ 'ਚ ਫਿਰ ਪ੍ਰਵੇਸ਼ ਕਰਵਾ ਦਿੰਦਾ ਹੈ। ਇਹ ਵੀ ਸ਼ਕਤੀ ਉਹਦੇ ਪਾਸ ਹੈ ਜੂਨਾਂ ਦੀ ਅਦਲਾ ਬਦਲੇ ਦੀ। ਔਰ ਇਸ ਪ੍ਰਕਾਰ ਕੋਈ ਉਸ ਨੂੰ ਦੂਰ ਜਾਣ ਕੇ ਗਾਉਂਦਾ, ਕੋਈ ਹਾਜ਼ਰ ਨਾਜ਼ਰ ਹਾਜ਼ਰਾ ਹਜ਼ੂਰ ਜਾਣ ਕੇ ਗਾ ਰਿਹਾ ਹੈ। ਸੋ ਇਸ ਪ੍ਰਕਾਰ ਉਹਦੀ ਕਥਨੀ ਕਰਨ ਵਾਲੇ ਬਹੁਤ ਹਨ, ਪਰ ਕਥ ਕੇ ਉਹਦੇ ਸਰੂਪ ਦਾ ਕਥਨ ਕਰਦਿਆਂ ਤੋਟਾ ਨਹੀਂ ਹੁੰਦਾ। ਕਰੋੜਾਂ ਲੋਕ ਪਿੱਛੇ ਕਥਨ ਕਰਦੇ ਰਹੇ ਆ, ਕਰੋੜਾਂ ਹੁਣ ਕਰ ਰਹੇ ਹਨ, ਕਰੋੜਾਂ ਆਉਣ ਵਾਲੇ ਸਮੇਂ 'ਚ ਕਰਨਗੇ ਤੇ ਪਰ ਫਿਰ ਵੀ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਾਤਾਂ ਦੇਣ ਵਾਲਾ ਵਾਹਿਗੁਰੂ ਦਾਤਾਂ ਦੇ ਹੀ ਜਾ ਰਿਹਾ। ਲੈਣ ਵਾਲੇ ਥੱਕ ਪੈਂਦੇ ਹਨ ਪਰ ਦੇਣ ਵਾਲਾ ਨਹੀਂ ਥੱਕਦਾ। ਜੁਗਾਂ ਜੁਗੰਤਰਾਂ ਅੰਦਰ ਜੀਵ ਉਹਦੀਆਂ ਦਾਤਾਂ ਖਾ ਰਹੇ ਹਨ, ਭੋਗ ਹੀ ਭੋਗ ਰਹੇ ਹਨ। ਉਹ ਹੁਕਮੀ ਪਰਮਾਤਮਾ ਆਪਣੇ ਹੁਕਮ ਦੁਆਰਾ ਹੀ ਜੀਆਂ ਨੂੰ ਸਹੀ ਰਸਤੇ 'ਤੇ ਚਲਾਉਂਦਾ ਹੈ। ਔਰ ਫਿਰ ਇਹਨਾਂ ਜੀਆਂ ਨੂੰ ਵੇਖ ਕੇ, ਆਪਣੀ ਕੁਦਰਤ ਨੂੰ ਵੇਖ ਕੇ ਉਹ ਬੇਪਰਵਾਹ ਖੁਸ਼ ਵੀ ਹੋ ਰਿਹਾ ਹੈ। ਚੌਥੀ ਪੌੜੀ ਸਤਿਗੁਰਾਂ ਦੱਸਿਆ ਉਹ ਸੱਚਾ ਸਾਹਿਬ ਹੈ। ਉਹਦਾ ਨਾਮ ਵੀ ਇਸ ਕਰਕੇ ਸੱਚਾ ਹੈ। ਉਸ ਨੂੰ ਪ੍ਰਸੰਨ ਕਰਨ ਵਾਲੀ ਬੋਲੀ ਭਾਵ ਹੈ, ਪ੍ਰੇਮ ਹੈ ਔਰ ਉਹ ਪਾਰਾਵਾਰ ਤੋਂ ਰਹਿਤ ਹੈ। ਜਿਹੜੇ ਲੋਕ ਦਾਤਾਂ ਮੰਗਦੇ ਆਖ ਕੇ ਮੰਗ ਕੇ ਤੇ ਉਸ ਦੇ ਪਾਸੋਂ ਪ੍ਰਾਪਤ ਕਰਦੇ ਹਨ, ਉਹ ਦਾਤਾਰ ਦਾਤਾਂ ਦੇ ਰਿਹਾ ਹੈ। ਫਿਰ ਕਿਹੜੀ ਚੀਜ਼ ਉਹਦੇ ਅੱਗੇ ਰੱਖੀਏ ਜਿਸ ਕਰਕੇ ਉਹਦੇ ਦਰਬਾਰ ਦੇ ਦਰਸ਼ਨ ਹੋਣ? ਕਿਹੋ ਜਿਹੇ ਬੋਲ ਮੂੰਹ ਤੋਂ ਬੋਲੀਏ ਜਿਸ ਕਰਕੇ ਉਹ ਸਾਡੇ ਨਾਲ ਪਿਆਰ ਕਰੇ? ਤਾਂ ਮਹਾਰਾਜ ਸਾਹਿਬ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਦੱਸੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਨੂੰ ਜਪਣਾ ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ। ਔਰ ਜਿਹੜਾ ਇਹ ਸਰੀਰ ਉੱਤੇ ਕੱਪੜਾ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਮਨੁੱਖਾਂ ਦੀ ਪ੍ਰਾਪਤ ਹੁੰਦੀ ਹੈ ਤੇ ਜੇ ਬੰਦਗੀ ਕਰੀਏ ਉਸ ਦੀ ਮਿਹਰ ਦੀ ਨਜ਼ਰ ਹੋਵੇ ਤਾਂ ਫਿਰ ਮੁਕਤੀ ਦਾ ਦਰਵਾਜ਼ਾ ਖੁੱਲ੍ਹਦਾ।
ਇਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਸਭ ਆਪ ਹੀ ਆਪ ਸਚਿਆਰ ਰੂਪ ਜਾਣ ਕਰਕੇ ਜਾਣਨਾ ਚਾਹੀਦਾ ਹੈ। ਪੰਜਵੀਂ ਪੌੜੀ ਦੇ ਅੰਦਰ ਦੱਸਿਆ ਕਿ ਉਹ ਪਰਮੇਸ਼ਰ ਕਿਸੇ ਦਾ ਨਾਦੀ ਔਲਾਦ ਸੰਤਾਨ ਨਹੀਂ, ਥਾਪਿਆ ਹੋਇਆ ਨਹੀਂ, ਗੱਦੀ ਨਸ਼ੀਨ ਨਹੀਂ ਹੈ, ਨਾ ਮਾਤਾ ਪਿਤਾ ਦੁਆਰਾ ਉਸ ਨੂੰ ਕਿਸੇ ਨੇ ਪੈਦਾ ਕੀਤਾ ਹੈ, ਔਰ ਇਸੇ ਤਰ੍ਹਾਂ ਆਪਣੇ ਆਪ ਤੋਂ ਆਪ ਰੂਪ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਆਪ ਸੁਤੰਤਰ ਹੈ, ਮਾਇਆ ਉਹਦੇ ਅਧੀਨ ਹੈ, ਉਹ ਪਤੰਤਰ ਰੂਪ ਨਹੀਂ ਹੈ, ਸੋ ਸ਼ੁੱਧ ਸਰੂਪ ਹੈ। ਜਿਨ੍ਹਾਂ ਨੇ ਉਸ ਨੂੰ ਸੇਵਿਆ ਭਾਵ ਸਿਮਰਿਆ ਉਹਨਾਂ ਨੇ ਬਹੁਤ ਉੱਚਾ ਮਾਣ ਇੱਜ਼ਤ ਸਤਿਕਾਰ ਪ੍ਰਾਪਤ ਕੀਤਾ ਦੋਵਾਂ ਜਹਾਨਾਂ 'ਚ। ਇਸ ਕਰਕੇ ਉਸ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਗਾਉਂਦੇ ਰਹਿਣਾ ਚਾਹੀਦਾ ਹੈ ਔਰ ਗਾਈਏ ਵੀ ਉਸ ਨੂੰ ਮਨ 'ਚ ਪ੍ਰੇਮ ਧਾਰ ਕੇ ਤੇ ਸੁਣੀਏ ਵੀ ਉਸ ਦੇ ਜਸ ਨੂੰ ਪ੍ਰੇਮ ਧਾਰਨ ਕਰਕੇ। ਔਰ ਪ੍ਰੇਮ ਤੋਂ ਬਗੈਰ ਲੱਭ ਲੋਭ ਧਾਰ ਕੇ ਜਿਹੜਾ ਗਾਉਣਾ ਸੁਣਨਾ ਉਹਦੇ ਨਾਲ ਸਾਡਾ ਲੱਭ ਤਾਂ ਪੂਰਾ ਹੋਵੇਗਾ, ਮਨੋਰਥ ਪੂਰੇ ਹੋਣਗੇ, ਪਰ ਉਸ ਦੀ ਪ੍ਰਾਪਤੀ ਨਹੀਂ ਹੋਵੇਗੀ। ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਸ ਤਰ੍ਹਾਂ ਨਿਸ਼ਕਾਮੀ ਹੋ ਕੇ ਪ੍ਰੇਮ ਧਾਰ ਕੇ ਉਸ ਨੂੰ ਗਾਈਏ ਤੇ ਸੁਣੀਏ। ਔਰ ਇਸ ਪ੍ਰਕਾਰ ਇਉਂ ਜਿਹੜਾ ਇੰਜ ਕਰਦਾ ਉਹ ਸਾਰੇ ਦੁੱਖਾਂ ਦਾ ਤਿਆਗ ਕਰਕੇ ਤੇ ਫਿਰ ਆਤਮਿਕ ਸੁਖ ਦੀ ਪ੍ਰਾਪਤੀ ਕਰਕੇ ਪ੍ਰਲੋਕ ਰੂਪੀ ਘਰ ਵਿੱਚ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਕਰਦਾ। ਔਰ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਨਾਦ ਸ਼ਬਦ ਨਾਲ ਜੁੜਦੇ ਹਨ। ਵੇਦ ਜਿਹੜੀ ਪ੍ਰਮਾਤਮਾ ਦਾ ਗਿਆਨ ਹੈ ਉਸ ਨੂੰ ਉਹ ਕਥਨ ਕਰਦੇ ਆ ਤੇ ਗੁਰਮੁਖਾਂ ਦੀ ਬਿਰਤੀ ਉਹਦੇ ਵਿੱਚ ਹੀ ਸਮਾਈ ਰਹਿੰਦੀ ਹੈ। ਉਹ ਇੰਝ ਸਮਝਦੇ ਆ ਵੀ ਈਸ਼ਰ ਸ਼ਿਵ ਦਾ ਵੀ, ਗੋਰਖ ਦਾ ਵੀ, ਬ੍ਰਹਮਾ ਦਾ, ਪਾਰਵਤੀ ਦਾ, ਸਰਸਤੀ ਦਾ, ਲక్ష్ਮੀ ਸਭਨਾਂ ਦਾ ਉਹ ਗੁਰੂ ਹੈ ਪ੍ਰਮਾਤਮਾ। ਇਸ ਪ੍ਰਕਾਰ ਬੇਨਤੀ ਕਰਨੀ ਚਾਹੀਦੀ ਕਿ ਹੇ ਗੁਰੂ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ, ਇੱਕ ਗੱਲ ਸਾਨੂੰ ਸਮਝਾ ਦਿਓ ਕਿ ਤੁਸੀਂ ਸਾਰਿਆਂ ਜੀਆਂ ਦੇ ਇੱਕੋ ਇੱਕ ਦਾਤਾ ਰੂਪ ਹੋ ਤੇ ਆਪ ਜੀ ਸਾਨੂੰ ਵਿਸਰ ਨਹੀਂ ਜਾਣੇ ਚਾਹੀਦੇ, ਸਦਾ ਚੇਤੇ ਰਹਿਣਾ ਚਾਹੀਦਾ। ਸਾਡੀ ਬਿਰਤੀ ਜਿਹੜੀ ਤੁਹਾਡੇ ਸਨਮੁਖ ਰਹਿਣੀ ਚਾਹੀਦੀ ਹੈ। ਇਸ ਪ੍ਰਕਾਰ ਪੰਜਵੀਂ ਪੌੜੀ ਦੁਆਰਾ ਸਤਿਗੁਰਾਂ ਦੇ ਉਪਦੇਸ਼ ਕਥਨ ਕੀਤਾ। ਅੱਗੇ ਜਿਸ ਪ੍ਰਕਾਰ ਹੁਣ ਛੇਵੀਂ ਪੌੜੀ ਰਾਹੀਂ ਸਤਿਗੁਰੂ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹਨ, ਆਪ ਸਰਵਣ ਕਰੋ। ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਈ ਕਰੀ। ਜਿਹੜੇ ਸਿੱਧ ਹਨ ਤੇ ਸ਼ਿਵ ਦੇ ਜਿਹੜੇ ਉਪਾਸ਼ਕ ਮੰਨੇ ਗਏ ਨੇ ਤੇ ਜਿੱਥੇ ਯੋਗਾ ਅਭਿਆਸ ਕਰਦੇ ਸੀ ਉੱਥੇ ਤੀਰਥਾਂ ਦੇ ਇਸ਼ਨਾਨ ਕਰਨ ਦਾ ਬੜਾ ਮਹੱਤਵ ਦੱਸਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਨਾਲ ਇਹਨਾਂ ਦਾ ਮਿਲਾਪ ਹੋਇਆ ਤੇ ਇਹਨਾਂ ਨੇ ਇੰਝ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਨੂੰ, ਆਓ ਮਹਾਰਾਜ ਤੁਹਾਨੂੰ ਵੀ ਤੀਰਥਾਂ ਦੇ ਇਸ਼ਨਾਨ ਕਰਾ ਲਿਆਈਏ, ਸਾਡੇ ਨਾਲ ਚੱਲੋ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਨੌਤੀ ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਖੰਡਨ ਕੀਤਾ। ਹੋਰ ਵੀ ਬਾਣੀ 'ਚ ਬਹੁਤ ਬਚਨ ਸਤਿਗੁਰਾਂ ਦੇ ਆਏ ਹਨ, ਜਿਵੇਂ ਬਚਨ ਤੀਰਥ ਨਾਮਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ, ਹਉ ਨਾਮ ਹਰ ਕਾ ਸਦਾ ਜਾਚੋ, ਦੇਵ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਨ। ਗੁਰਾਂ ਦੇ ਜਿਹੜੇ ਬਚਨ ਹਨ ਚਾਨਣ ਦੇਣ ਵਾਲੇ ਹੈ, ਰੌਸ਼ਨੀ ਦੇਣ ਵਾਲੇ ਹਨ। ਇਹੀ ਪੁਰਬਾਂ ਦੇ ਸਮੇਂ ਦਾ ਇਸ਼ਨਾਨ ਕਰਨਾ ਤੀਰਥਾਂ ਦੇ। ਮਹਾਰਾਜ ਕਹਿੰਦੇ ਨੇਤੀ ਅਸੀਂ ਨਹਾਉਣ ਜਾਂਦੇ ਹਾਂ ਪਰ ਸਾਡਾ ਤੀਰਥ ਪਰਮੇਸ਼ਰ ਦਾ ਨਾਮ ਹੈ। ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ। ਜਿਹੜੇ ਇਹ ਤੀਰਥ ਨਹਾਉਂਦੇ ਆ ਬਾਹਰੀ ਤੌਰ ਤੇ ਜਿਵੇਂ ਪ੍ਰਯਾਗਰਾਜ, ਇਲਾਹਾਬਾਦ, ਗੰਗਾ ਦਾ, ਜਮਨਾ ਦਾ ਆਦਿਕ ਇਸ਼ਨਾਨ 68 ਤੀਰਥ ਮੰਨੇ ਗਏ ਹਿੰਦੂ ਮਤ ਅੰਦਰ। ਸਤਿਗੁਰੂ ਮਹਾਰਾਜ ਕਹਿੰਦੇ ਭਈ ਨਹਾਵਣ ਚੱਲੇ ਤੀਰਥੀ, ਮਨ ਖੋਟਾ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀ ਅਸੋਰ। ਭਾਉ ਮੈਨੇ ਹਿੱਸਾ, ਮੈਲ ਦਾ ਇੱਕ ਹਿੱਸਾ ਸਰੀਰਕ ਤੌਰ ਤੇ ਸਰੀਰ ਦੀ ਮੈਲ ਤਾਂ ਉਤਰ ਗਈ, ਪਰ ਜਦੋਂ ਮਨ ਅੰਦਰ ਖੋਟ ਆ ਤੇ ਚੋਰੀਆਂ ਕਰਨ ਦਾ ਸੁਭਾਅ ਹੈ। ਇਸ ਪ੍ਰਕਾਰ ਮਨ ਦੇ ਚੋਰ ਹਨ ਲੋਕ, ਤੇ ਜਿਸ ਵਕਤ ਤੀਰਥਾਂ ਦੇ ਜਾ ਕੇ ਮਾੜੇ ਕਰਮ ਕਰਨਗੇ ਦੂਣੀ ਮੈਲ ਹੋਰ ਮਨਾਂ ਨੂੰ ਚੰਬੜ ਜਾਏਗੀ। ਮੈਲ ਤੇ ਮਨ ਦੀ ਉਤਾਰਨੀ ਸੀ, ਸਰੀਰ ਦੀ ਇਕੱਲੀ ਮੈਲ ਲੱਥਿਆਂ ਮਨ ਦੀ ਮੈਲ ਨਹੀਂ ਉਤਰਦੀ, ਕਿਉਂਕਿ ਮਨ ਮੈਲਾ ਹੈ, ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਵੇ। ਇਸ ਕਰਕੇ ਨਹਾਵਣ ਚੱਲੇ ਤੀਰਥੀ, ਮਨ ਖੋਟਾ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀ ਅਸਹੋਰ, ਬਾਹਰ ਧੋਤੀ ਤੂਮੜੀ, ਅੰਦਰ ਵਿਸ ਨਕੋਰ, ਸਾਧ ਭਲੇ ਅਣ ਨਾਤਿਆ, ਚੋਰ ਸੇ ਚੋਰਾ ਚੋਰ। ਜਿਵੇਂ ਤੁੰਬੀ ਹੁੰਦੀ ਹੈ
ਤੇ ਉਹ ਜਿੰਨੇ ਮਰਜ਼ੀ ਉਹਨੂੰ 68 ਤੀਰਥਾਂ ਦੇ ਇਸ਼ਨਾਨ ਕਰਾ ਦਿਓ, ਟੁਬਕੀਆਂ ਲਵਾ ਦਿਓ, ਫਿਰ ਉਹ ਕੌੜੀ ਦੀ ਕੌੜੀ ਰਹਿੰਦੀ ਹੈ। ਕਬੀਰ ਜੀ ਨੂੰ ਜਿਸ ਤਰ੍ਹਾਂ ਕਿਹਾ ਸੀ, ਸਾਧੂ ਆ ਗਏ, ਕਹਿੰਦੇ ਆ ਕਬੀਰਾ ਤੈਨੂੰ ਨਾਲ ਲੈ ਚੱਲੀਏ, ਤੀਰਥਾਂ ਦਾ ਇਸ਼ਨਾਨ ਕਰ ਆਈਏ। ਤਾਂ ਕਬੀਰ ਜੀ ਕਹਿੰਦੇ ਸਾਡੇ ਕੋਲ ਤਾਂ ਵਹਿਲ ਹੈ ਨਹੀਂ, ਆ ਤੂੰਬੀ ਆ ਸਾਡੀ, ਇਹਨੂੰ ਲੈ ਜਾਓ, ਇਹਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਕਰਾ ਕੇ ਲਿਆ। ਜਿਸ ਵੇਲੇ ਤੀਰਥਾਂ ਦੇ ਇਸ਼ਨਾਨ ਕਰਾ ਲਿਆ, ਇਹ ਸਾਧੂ ਆਏ ਤਾਂ ਕਬੀਰ ਜੀ ਨੇ ਕਿਹਾ ਆਪਣੇ ਬੱਚੇ ਕਮਾਲੇ ਨੂੰ ਵੀ ਇਹਨਾਂ ਵਾਸਤੇ ਭੋਜਨ ਤਿਆਰ ਕਰੋ, ਉਹਨੂੰ ਛਕਾਈਏ। ਔਰ ਗੁਰਤ ਢੰਗ ਨਾਲ ਕਹਿ ਤਾ ਵੀ ਆ ਜਿਹੜੀ ਤੂੰਬੀ ਆ ਇਹਦਾ ਤੁਰਤ ਭਲਾ ਜਿਹੜੀ ਚਟਣੀ ਬਣਾ ਕੇ ਉਹ ਵੀ ਥੋੜ੍ਹੀ ਥੋੜ੍ਹੀ ਵਰਤਾਓ ਇਹਨਾਂ ਨੂੰ। ਜਿਸ ਵੇਲੇ ਥਾਲੀ 'ਚ ਰੱਖੀ ਤੇ ਉਹ ਮੂੰਹ ਨੂੰ ਲਾਈ ਤੇ ਥੂ ਥੂ ਕਰਨ ਵੀ ਕਬੀਰ ਜੀ ਇਹ ਚੰਗੀ ਸਾਡੀ ਇੱਜ਼ਤ ਕੀਤੀ, ਆ ਕੇ ਸਾਨੂੰ ਖਵਾਤਾ ਕੌੜਾ ਜ਼ਹਿਰ। ਕਹਿਣ ਲੱਗੇ ਇਹ ਕੌੜਾ ਜ਼ਹਿਰ ਹੀ ਆ? ਕਹਿੰਦੇ ਹਾਂ। ਕਹਿੰਦੇ ਤੇ 68 ਤੀਰਥਾਂ ਦਾ ਇਸ਼ਨਾਨ ਕਰਕੇ ਆਈ ਹੈ ਤੂੰਬੀ ਤੁਹਾਡੇ ਨਾਲ ਹੀ, ਤੇ ਫਿਰ ਉਸੇ ਤਰ੍ਹਾਂ ਕੌੜੀ ਦੀ ਕੌੜੀ ਨਿਕਲੀ ਆ। ਇਸ ਪ੍ਰਕਾਰ ਤੂੰ ਲੌਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਏ, ਕਬੀਰ ਦੇ ਬਚਨ। ਤੇ ਲੋਕੀ ਨੇ ਇਸ ਤੂੰਬੀ ਨੇ 68 ਤੀਰਥਾਂ ਦਾ ਇਸ਼ਨਾਨ ਕੀਤਾ, ਕੁੜੱਤਣ ਦੀ ਫਿਰ ਵੀ ਨਹੀਂ ਗਈ। ਸੋ ਇਸ ਪ੍ਰਕਾਰ ਤੀਰਥਾਂ ਦੇ ਇਸ਼ਨਾਨ ਨੂੰ ਸਤਿਗੁਰੂ ਮਹਾਰਾਜ ਜਿਹੜਾ ਸਰੀਰਕ ਤੌਰ ਤੇ ਇਸ਼ਨਾਨ ਕਰਨਾ, ਉਹ ਬਨਾਵਟੀ ਇਸ਼ਨਾਨ ਹੈ ਜਿਹੜਾ ਆਪਣੇ ਮਨ ਨੂੰ ਸੂਤ ਨਾਲ ਕਰਨਾ ਗੁਰਾਂ ਦੇ ਉਪਦੇਸ਼ ਦੁਆਰਾ, ਤੇ ਸਰੀਰ ਵਿੱਚ ਨਹਾ ਕੇ ਸਰੀਰਕ ਤੌਰ ਤੇ ਤੀਰਥਾਂ ਤੇ, ਜਿਵੇਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਹਨ ਕਿ ਪਾਪ ਕਰਕੇ ਪਾਪ ਕਰਾ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੈ ਸਭ ਉਤਰੇ, ਬਹੁਰ ਕਮਾਵਾ ਹੋਏ ਨਿਸ਼ੰਕ, ਜੰਪੁਰ ਬਾਂਧ ਖਰੇ ਕਲੰਕ। ਮਾੜੇ ਕਰਮ ਕਰਕੇ ਪਾਪ ਕਰਕੇ ਲੋਕ ਤੀਰਥਾਂ ਦੇ ਇਸ਼ਨਾਨ ਕਰਕੇ ਕਹਿੰਦੇ ਅਸੀਂ ਸਾਰੇ ਪਾਪ ਲਾਹ ਦਿੱਤੇ ਆ, ਹੁਣ ਇਸ ਸੁਰਖਰੂ ਹੋ ਗਏ ਆ। ਉਦੋਂ ਬਾਅਦ ਫਿਰ ਉਸੇ ਤਰ੍ਹਾਂ ਮਨ ਰਹਿੰਦਾ ਤੇ ਉਸ ਮਨ ਦੁਆਰਾ ਨਿਸ਼ੰਗ ਹੋ ਕੇ ਫਿਰ ਪਾਪ ਕਮਾਉਂਦੇ ਆ। ਕਹਿੰਦੇ ਇਹੋ ਜਿਹੇ ਜਿਹੜੇ ਲੋਕ ਆ ਕਲੰਕ ਉਹਨਾਂ ਦੇ ਮੱਥੇ ਤੇ ਲੱਗੇ ਹੋਏ ਆ, ਪਾਪਾਂ ਦੇ ਜਮਾਂ ਦੀ ਪੁਰੀ 'ਚ ਬੱਧੇ ਹੋਏ ਲਿਜਾਏ ਜਾਂਦੇ ਆ, ਉਹ ਬਚ ਨਹੀਂ ਸਕਣਗੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਤੀਰਥਾਂ ਦਾ ਜਿਹੜਾ ਇਸ਼ਨਾਨ ਸਰੀਰਕ ਤੌਰ ਤੇ ਕਰਨਾ ਤੇ ਆਪਣੇ ਮਨ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਨਹੀਂ ਢਾਲਣਾ, ਸੁਧਾਈ ਨਹੀਂ ਕਰਨੀ ਮਨ ਦੀ, ਇਸ ਦਾ ਖੰਡਨ ਕੀਤਾ ਸੱਚੇ ਪਾਤਸ਼ਾਹ ਨੇ। ਸੋ ਇੱਥੇ ਵੀ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਦੱਸ ਰਹੇ ਜਿਵੇਂ ਬਚਨ ਹੈ, ਜੋਗ ਨਾ ਖਿੰਥਾ ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਆ, ਜੋਗ ਨਾ ਮੁੰਦੀ ਮੂੰਡ ਮੁੜਾਇਆ, ਜੋਗ ਨਾ ਸਿੰਘੀ ਵਾਈਆ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਉਪਾਈਆ, ਗੱਲੀ ਜੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸਾਮਸਤਰ ਜਾਣਾ, ਜੋਗੀ ਕਹੀਐ ਸੋਈ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤੀਰਥ ਨਹਾਈਆ। ਜਿਵੇਂ ਬਚਨ ਕੀਤੇ ਸੱਚੇ ਪਾਤਸ਼ਾਹ ਨੇ ਕਿ ਤੀਰਥਾਂ ਦੇ ਨਹਾਉਣ ਨਾਲ ਜੋਗ ਨਹੀਂ ਹੁੰਦਾ, ਜੋਗ ਪਰਮਾਤਮਾ ਜੁੜਨ ਦਾ ਨਾਮ ਹੈ। ਔਰ ਇਸ ਪ੍ਰਕਾਰ ਇਹ ਸਾਰੇ ਖੰਡਣ ਵਾਲੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਏ। ਇਸੇ ਤਰ੍ਹਾਂ ਇੱਥੇ ਸੱਚੇ ਪਾਤਸ਼ਾਹ ਕਹਿ ਰਹੇ ਹਨ, ਤੀਰਥ ਨਹਾਵਾ ਜੇ ਤਿਸ ਭਾਵਾ। ਮਾਰੇ ਕਹਿੰਦੇ ਸਿੱਧੋ ਤੀਰਥਾਂ ਤੇ ਮੈਂ ਤਾਂ ਨਹਾਵਾਂ ਜੇ ਨਹਾਤਿਆਂ ਹੋਇਆ ਪਰਮੇਸ਼ਰ ਨੂੰ ਮੈਂ ਖੁਸ਼ ਕਰ ਸਕਾਂ। ਜੇ ਮੈਂ ਉਸ ਨੂੰ ਭਾ ਜਾਵਾਂ, ਚੰਗਾ ਲੱਗਾ, ਫਿਰ ਤਾਂ ਮੈਂ ਤੀਰਥਾਂ ਦੇ ਨਹਾਉਣ ਜਾਵਾਂ। ਬਿਨ ਭਾਣੇ ਕੇ ਨਹਾਏ ਕਰੀ, ਜਦੋਂ ਉਸ ਦਾ ਭਾਣੇ ਤੋਂ ਬਗੈਰ ਹੀ ਮੈਂ ਤੀਰਥਾਂ ਨਹਾਉਂਦਾ ਫਿਰਾਂ, ਉਹਨੂੰ ਭਾਵਾਂ ਹੀ ਨਾ, ਚੰਗਾ ਹੀ ਨਾ ਲੱਗਾ, ਤਾਂ ਉਸਦੇ ਭਾਣੇ 'ਚ ਰਹਿਣ ਤੋਂ ਬਗੈਰ, ਉਹਨੂੰ ਭਾ ਜਾਣ ਤੋਂ ਬਗੈਰ ਜਿਹੜਾ ਨਹਾਉਣਾ, ਨਹਾ ਕੇ ਮੈਂ ਕੀ ਕਰਾਂਗਾ ਜਾਂ ਕੋਈ ਕੀ ਕਰੇਗਾ ਤੀਰਥਾਂ ਤੇ ਨਹਾ ਕੇ। ਇੱਕ ਸਵਾਲ ਉੱਠਦਾ ਹੈ, ਕੋਈ ਵੀ ਤੁਹਾਡੇ ਤੇ ਪ੍ਰਸ਼ਨ ਕਰ ਸਕਦਾ ਵੀ ਤੁਹਾਡੇ ਸਤਿਗੁਰੂ ਆਪ, ਜਿਵੇਂ ਤੀਜੇ ਪਾਤਸ਼ਾਹ ਸਤਿਗੁਰੂ ਜੀ ਤੀਰਥ ਸਥਾਨਾਂ ਤੇ ਗਏ, ਗੁਰੂ ਨਾਨਕ ਦੇਵ ਮਹਾਰਾਜ ਵੀ ਹਿੰਦੂਆਂ ਦੇ ਤੀਰਥ ਸਥਾਨਾਂ ਤੇ ਗਏ, ਦਸਮ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਬਾਰੇ ਵੀ ਲਿਖਿਆ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਇਹਦਾ ਕੀ ਮਤਲਬ ਹੋਇਆ? ਨਾਲੇ ਸਤਿਗੁਰੂ ਖੰਡਨ ਕਰ ਰਹੇ, ਨਾਲੇ ਆਪ ਜਾਂਦੇ ਰਹੇ ਆ। ਸਤਿਗੁਰੂ ਮਹਾਰਾਜ ਦਾ ਜਾਣਾ ਹੋਰ ਤਰ੍ਹਾਂ ਦਾ ਸੀ। ਸਤਿਗੁਰਾਂ ਦਾ ਮਨੋਰਥ ਉਹਨਾਂ ਤੀਰਥਾਂ ਦੇ ਜਾ ਕੇ ਮੈਲ ਲਾਉਣ ਦਾ, ਪਾਪ ਬਖਸ਼ਾਉਣ ਦਾ ਮਨੋਰਥ ਨਹੀਂ ਸੀ। ਉੱਥੇ ਹੁੰਦੀ ਸੀ ਲੋਕਾਂ ਦੀ ਭੀੜ ਬਹੁਤ ਜ਼ਿਆਦਾ, ਤੇ ਉੱਥੇ ਇਕੱਤਰਤਾ ਹੋਈ ਦਾ ਕਾਰਨ ਸੱਚੇ ਪਾਤਸ਼ਾਹ ਜਾਂਦੇ ਸੀ ਤੇ ਉਹਨਾਂ ਨੂੰ ਸ਼ੁਭ ਮਾਰਗ ਬਤਾਉਂਦੇ ਸੀ। ਜਿਵੇਂ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਸ ਵਕਤ ਹਰਿਦੁਆਰ ਗਏ ਆ ਤੇ ਉਹ ਸਾਰੇ ਜਿਹੜੇ ਪਾਂਡੇ ਸੀ ਵਿੱਚ ਖਲੋ ਕੇ ਗੰਗਾ ਦੇ ਤੇ ਸੂਰਜ ਵੱਲ ਨੂੰ ਪਾਣੀ ਝੱਟ ਰਹੇ ਸੀ। ਸਤਿਗੁਰਾਂ ਦਾ ਉਪਦੇਸ਼ ਦੇਣ ਦਾ ਤਰੀਕਾ ਬੜਾ ਨਿਰਾਲਾ। ਸੋ ਸਤਿਗੁਰੂ ਮਹਾਰਾਜ ਵਿੱਚ ਖਲੋ ਕੇ ਗੰਗਾ ਦੇ ਤੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਬਾਹਰ ਨੂੰ ਝੱਟਣ ਲੱਗ ਪਏ। ਉਹ ਸਾਰੇ ਦੇਖ ਕੇ ਮਖੌਲ ਕਰਨ ਲੱਗ ਪਏ, ਕਹਿੰਦੇ ਨਵਾਂ ਹੀ ਬੰਦਾ ਆਇਆ ਹੋਵੇ, ਉਹ ਕੀ ਕਰਦਾ। ਤਾਂ ਮਹਾਰਾਜ ਸਾਰੇ ਇਉਂ ਕਹਿਣ ਲੱਗ ਪਏ, ਮਹਾਰਾਜ ਕਹਿੰਦੇ ਭਾਈ ਤੁਸੀਂ ਸਾਨੂੰ ਵੱਲ ਵੇਖ ਕੇ ਕਿਉਂ ਹੱਸ ਰਹੇ ਹੋ? ਉਹ ਕਹਿਣ ਲੱਗੇ ਜੀ ਤੁਸੀਂ ਕਿੱਧਰ ਨੂੰ ਪਾਣੀ ਝੱਟ ਰਹੇ ਹੋ?
ਤਾਂ ਮਹਾਰਾਜ ਸਾਹਿਬ ਕਹਿਣ ਲੱਗੇ ਤਲਵੰਡੀ ਨਗਰ 'ਚ ਮੇਰੇ ਖੇਤ ਸੁੱਕ ਰਹੇ ਆ, ਜ਼ਿਮੀਂਦਾਰ ਆ ਅਸੀਂ ਕਰਦੇ ਹਾਂ, ਇਸ ਕਰਕੇ ਪਾਣੀ ਝੱਟ ਰਿਹਾ, ਉੱਥੇ ਪਾਣੀ ਪਹੁੰਚ ਜਾਏ। ਉਹ ਖੜਖੜਾ ਕੇ ਹੱਸ ਪਏ, ਕਹਿਣ ਲੱਗੇ ਕਿੰਨੇ ਮੀਲ ਇੱਥੋਂ ਪੈਂਦਾ ਤਲਵੰਡੀ ਦਾ? ਮਹਾਰਾਜ ਕਹਿੰਦੇ ਹੋਣਾ 300-400 ਮੀਲ ਹੋਊਗਾ। ਤਾਂ ਉਸ ਵੇਲੇ ਜਦੋਂ ਇੰਝ ਕਿਹਾ ਤਾਂ ਕਹਿਣ ਲੱਗੇ ਏਡੀ ਦੂਰ ਪਾਣੀ ਕਿਵੇਂ ਪਹੁੰਚ ਜਾਏਗਾ? ਮਹਾਰਾਜ ਕਹਿੰਦੇ ਤੁਸੀਂ ਦੱਸੋ ਤੁਹਾਡੇ ਸ਼ਾਸਤਰਾਂ 'ਚ ਕੀ ਲਿਖਿਆ? ਜਿੱਧਰੋਂ ਤੁਸੀਂ ਪਾਣੀ ਝੱਟ ਰਹੇ ਉੱਪਰ ਨੂੰ, ਇਹ ਕਿਸ ਪਾਸੇ ਨੂੰ? ਕਹਿੰਦੇ ਪਰਲੋਕ ਵਿੱਚ ਸਾਡੇ ਪਿਤਰ ਆ, ਉਹਨਾਂ ਪਿਤਰਾਂ ਨੂੰ ਪਾਣੀ ਦੇ ਰਹੇ ਆ। ਕਹਿੰਦੇ ਕਿੰਨੀ ਦੂਰ ਹੈ ਤੁਹਾਡੇ ਪਿਤਰ? ਕਹਿੰਦੇ 39.5 ਲੱਖ ਯੋਜਨ ਦੱਸਿਆ ਜੀ ਗ੍ਰੰਥਾਂ 'ਚ। 39.5 ਲੱਖ ਯੋਜਨ 4 ਕੋਹਾਂ ਦਾ ਹੁੰਦਾ ਤੇ ਕੋਹ 1.5 ਮੀਲ ਦਾ ਹੁੰਦਾ। ਇਸ ਪ੍ਰਕਾਰ 6 ਨਾਲ ਗੁਣਾ ਕਰੋ 39.5 ਲੱਖ ਨੂੰ, ਕਿੰਨੇ ਬਣ ਜਾਂਦੇ ਆ? ਕਰੋੜਾਂ, 2.5-3 ਕਰੋੜ ਮੀਲ ਬਣ ਜਾਂਦਾ। ਇਸ ਪ੍ਰਕਾਰ ਮਹਾਰਾਜ ਕਹਿਣ ਲੱਗੇ ਜੇ ਤਲਵੰਡੀ ਨਗਰ ਤੱਕ ਪਾਣੀ ਝਟਿਆ ਨਹੀਂ ਪਹੁੰਚ ਸਕਦਾ ਤੇ ਤੁਹਾਡੇ ਪਿਤਰਾਂ ਤੱਕ ਕਿਵੇਂ ਜਾਏਗਾ? ਉਸ ਵੇਲੇ ਸਾਰੇ ਹੈਰਾਨ ਰਹਿ ਗਏ ਵੀ ਆਹ ਗੱਲ ਅੱਗੇ ਕਦੇ ਕਿਸੇ ਨੇ ਦੱਸੀ ਨਹੀਂ। ਤੇ ਸਾਰੇ ਬਾਹਰ ਨਿਕਲ ਆਏ ਤਾਂ ਕਹਿਣ ਲੱਗੇ ਜੀ ਆਹ ਨਵਾਂ ਵਚਨ ਤੁਸੀਂ ਦੱਸਿਆ। ਫਿਰ ਮਹਾਰਾਜ ਸਾਹਿਬ ਨੇ ਇਕੱਤਰ ਹੋਏ ਲੋਕਾਂ ਨੂੰ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਸਤਿਗੁਰੂ ਤਾਂ ਮੱਕੇ ਵੀ ਗਏ ਆ। ਭਾਈ ਮਰਦਾਨਾ ਨੇ ਕਿਹਾ ਸੀ ਮਹਾਰਾਜ ਮੱਕਾ ਹੀ ਵਿਖਾ ਦਿਓ। ਮੁਸਲਮਾਨਾਂ ਦੇ ਘਰ ਦਾ ਜਨਮ ਸੀ ਭਾਈ ਮਰਦਾਨਾ ਜੀ ਦਾ, ਤੇ ਹਜ਼ੂਰ ਨੇ ਇਹ ਬਹਾਨਾ ਬਣਾ ਕੇ ਉੱਥੇ ਤਸ਼ਰੀਫ ਖੜੀ ਸੀ ਕਿ ਉੱਥੇ ਸਾਰੇ ਮੁਸਲਮਾਨ ਇਕੱਤਰ ਹੋਣਗੇ ਹਾਜੀ, ਤੇ ਉਹਨਾਂ ਨੂੰ ਉਪਦੇਸ਼ ਦੇਣਗੇ। ਇਸ ਪ੍ਰਕਾਰ ਸਤਿਗੁਰੂ ਜੀ ਇਹ ਉਪਦੇਸ਼ ਦੇਣ ਲਈ ਲੋਕਾਂ ਨੂੰ ਤਾਰਨ ਵਾਸਤੇ ਗਏ। ਤੀਜੇ ਪਾਤਸ਼ਾਹ ਗੁਰਗੱਦੀ ਦੇ ਵਾਰਸ ਹੋ ਕੇ ਵੀ ਤੀਰਥ ਸਥਾਨਾਂ ਤੇ ਗਏ ਸੀ, ਔਰ ਉਸ ਵਕਤ ਜਦੋਂ ਗਏ ਤੇ ਉੱਥੇ ਜਾਣ ਦਾ ਮਨੋਰਥ ਲੋਕਾਂ ਨੂੰ ਸ਼ੁਭ ਮਾਰਗ ਤੇ ਪਾਉਣਾ ਸੀ। ਤਾਂ ਗੁਰੂ ਰਾਮਦਾਸ ਮਹਾਰਾਜ ਆਪ ਬਚਨ ਉਚਾਰਨ ਕਰਦੇ ਨੇ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾਂ। ਸਾਰੇ ਲੋਕਾਂ ਦੇ ਉਧਾਰ ਦੇ ਅਰਥ ਵਾਸਤੇ ਸਤਿਗੁਰਾਂ ਨੇ ਤੀਰਥਾਂ ਤੇ ਜਾਣ ਦਾ ਉਦਮ ਕੀਤਾ। ਇੱਕ ਹੋਰ ਵੀ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ, ਗੰਗਾ ਜਮਨਾ ਗੋਦਾਵਰੀ ਸਰਸਤੀ, ਸਾਰੀਆਂ ਨਦੀਆਂ ਪਵਿੱਤਰ ਮੰਨੀਆਂ ਗਈਆਂ ਨੇ ਹਿੰਦੂ ਮਤ ਦੀਆਂ। ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰ ਹਮਰਾ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਏ। ਇਹ ਸਾਰੇ ਤੀਰਥ ਕਹਿੰਦੇ ਇਹ ਗੱਲ ਕਹਿ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹ ਸਾਰੇ ਪਵਿੱਤਰ ਤੀਰਥ ਜਿਹਨਾਂ ਨੂੰ ਮੰਨਿਆ ਗਿਆ, ਇਹ ਨਦੀਆਂ ਇਹ ਗੱਲ ਕਹਿ ਰਹੀਆਂ ਕਿ ਪਾਪਾਂ ਨਾਲ ਲੱਦੇ ਪੱਥੇ ਭਰੇ ਹੋਏ ਜੀਵ ਆ ਕੇ ਸਾਡੇ ਤੇ ਤੀਰਥਾਂ ਦੇ ਇਸ਼ਨਾਨ ਕਰਦੇ ਆ, ਉਹ ਆਪਣੇ ਪਾਪ ਲਾਹ ਜਾਂਦੇ ਆ। ਅਸੀਂ ਪਾਪਾਂ ਨਾਲ ਭਾਰੇ ਹੋ ਜਾਂਦੇ ਆ ਤੇ ਸਾਡੇ ਪਾਪ ਕੌਣ ਦੂਰ ਕਰੇ? ਸਾਧੂ ਦੀ ਜਿਹੜੀ ਧੂੜ ਆ ਨਾ, ਸਾਧੂਆਂ ਦੇ ਚਰਨਾਂ ਦੀ ਧੂੜ, ਉਸ ਧੂੜ ਦੁਆਰਾ ਸਾਡੇ ਪਾਪ ਦੂਰ ਹੁੰਦੇ ਆ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਲੋਕਾਂ ਦੇ ਪਾਪ ਨਿਵਰਤ ਕਰਨ ਲਈ ਉੱਥੇ ਜਾਂਦੇ ਹਨ, ਸੋ ਉੱਥੇ ਆਪਣੇ ਪਾਪ ਲਾਉਣ ਲਈ ਨਹੀਂ। ਇਸ ਕਰਕੇ ਹੁਣ ਇੱਕ ਹੋਰ ਸਵਾਲ ਕੋ ਖੜਾ ਕਰੇਗਾ ਕਿ ਤੁਹਾਡੇ ਸਤਿਗੁਰਾਂ ਨੇ ਆਪ ਤੀਰਥ ਰਚੇ ਨੇ। ਸਤਿਗੁਰੂ ਮਹਾਰਾਜ ਨੇ ਇਹੋ ਜਿਹੇ ਬਨੌਟੀ ਤੀਰਥ ਨਹੀਂ ਰਚੇ, ਜਿਵੇਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸਰੋਵਰ ਹੈ, ਤਰਨਤਾਰਨ ਸਾਹਿਬ ਸਰੋਵਰ ਹੈ। ਇੱਕ ਤਾਂ ਖੁੱਲੇ ਤੌਰ ਤੇ ਬਹੁਤ ਵੱਡੀ ਭੀੜ ਦੀ ਆ ਜਾਏ ਤੇ ਸਾਰੀ ਸੰਗਤ ਉੱਥੇ ਇਸ਼ਨਾਨ ਕਰ ਸਕਦੀ, ਕਿਉਂਕਿ ਸਤਿਗੁਰੂ ਮਹਾਰਾਜ ਦਾ ਜਿਹੜਾ ਉਪਦੇਸ਼ ਆ ਉਹ ਇਹ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਥਕੇਵਾ ਦੂਰ ਹੁੰਦਾ ਇਸ਼ਨਾਨ ਕਰਨ ਨਾਲ, ਆਲਸ ਦੂਰ ਹੁੰਦਾ, ਨਿੰਦਰਾ ਦੂਰ ਹੁੰਦੀ ਹੈ, ਸਾਵਧਾਨਤਾ ਇਕਾਗਰਤਾ ਸਰੀਰ ਚ ਆਉਂਦੀ ਹੈ। ਤੇ ਸਤਿਗੁਰੂ ਮਹਾਰਾਜ ਨੇ ਨਾਲ ਹੀ ਉੱਥੇ ਕੀਰਤਨ ਜਾਰੀ ਕੀਤਾ ਹੋਇਆ। 8 ਪੈਰ ਹਰਿਮੰਦਰ ਸਾਹਿਬ ਕੀਰਤਨ ਦੀਆਂ ਧੁਨਾਂ ਉੱਠ ਰਹੀਆਂ ਹਨ। ਇਸ ਕਰਕੇ ਉੱਥੇ ਉਸ ਕੀਰਤਨ ਦੀ ਆਵਾਜ਼ ਨਾਲ ਜਿੱਥੇ ਫਿਜ਼ਾ ਤੇ ਪ੍ਰਭਾਵ ਪੈ ਰਿਹਾ, ਉਹ ਸਥਾਨ ਪਵਿੱਤਰ ਹੋ ਰਿਹਾ ਸਾਰਾ। ਉੱਥੇ ਦੂਜੇ ਨੰਬਰ ਤੇ ਜਲ ਦੇ ਉੱਪਰ ਪ੍ਰਭਾਵ ਪੈਂਦਾ, ਉਹ ਜਲ ਜਿਹੜਾ ਹੈ ਉਹ ਜਲ ਵੀ ਪਵਿੱਤਰ ਹੋ ਜਾਂਦਾ। ਤਾਂ ਹੀ ਉੱਥੇ ਇਸ਼ਨਾਨ ਕਰਨ ਵਾਲਿਆਂ ਦੇ ਵੱਡੇ ਵੱਡੇ ਲਾਜ ਰੋਗ ਹਟਦੇ ਆ ਸ਼ਰਧਾ ਵਾਲਿਆਂ ਦੇ, ਔਰ ਚੰਗਾ ਪ੍ਰਭਾਵ ਉਸ ਦਾ ਸਰੀਰਾਂ ਤੇ ਵੀ ਪੈਂਦਾ, ਦੁੱਖ ਤਕਲੀਫਾਂ ਦੂਰ ਹੁੰਦੇ ਨੇ। ਤੇ ਨਾਲ ਕੀਰਤਨ ਦੀ ਧੁਨ ਕੰਨਾਂ 'ਚ ਪੈ ਰਹੀ ਹੈ। ਜਿਹੜਾ ਵੀ ਉੱਥੇ ਜਾਵੇਗਾ ਉਹਦੇ ਕੰਨਾਂ 'ਚ ਪਰਮੇਸ਼ਰ ਦਾ ਜਸ ਪਵੇਗਾ, ਕੀਰਤਨ ਪਵੇਗਾ ਤੇ ਆਸ਼ਾ-ਸ਼ਿਕਾਰ ਉੱਠਦੇ ਆ ਲੋਕ। ਜਿਵੇਂ ਤੁਹਾਡੀ ਧਰਤੀ ਇੰਗਲੈਂਡ ਤੋਂ ਇੱਕ ਡੇਵ ਨਾਂ ਦਾ ਗੋਰਾ, ਅੱਜ ਤੋਂ ਕੋਈ 45-50 ਸਾਲ ਪਹਿਲਾਂ ਦੀ ਬਾਤ ਹੈ, ਉਸਨੇ ਹੱਡ ਬੀਤੀ ਆਪਣੀ ਦੱਸੀ ਸੀ ਸਰਦਾਰ ਸਰੂਪ ਸਿੰਘ ਜੀ ਅਲੱਗ ਨੂੰ। ਇੱਥੇ ਟੀਵੀ ਤੇ ਇੰਟਰਵਿਊ ਦੇਖ ਗਏ ਔਰ ਮੈਨੂੰ ਵੀ ਕਈ ਵਾਰੀ ਮਿਲੇ ਨੇ। ਉਹਨਾਂ ਨੇ ਹਰਿਮੰਦਰ ਦਰਸ਼ਨ ਕਿਤਾਬ ਲਿਖੀ, ਉਹ ਪੜ੍ਹ ਸਕਦੇ ਹੋ ਤੁਸੀਂ। ਉਹ ਕਹਿੰਦੇ ਇੱਥੇ ਮੈਂ ਪੜ੍ਹਨ ਵਾਸਤੇ ਆਇਆ ਸੀ ਤੇ ਸਵੇਰੇ ਬਾਹਰ ਨੂੰ ਤੁਰਿਆ ਜਾ ਰਿਹਾ ਮਾਰਨਿੰਗ ਵਾਕ ਤੇ ਉਸ ਗੋਰੇ ਨੇ ਮੈਨੂੰ ਸਿੱਖੀ ਸਰੂਪ ਜਾਣ ਕੇ ਆਵਾਜ਼ ਮਾਰ ਲਈ, ਘਰ ਲੈ ਗਿਆ। ਘਰ ਮੇਰੇ ਅੰਦਰ ਵੜਿਆ ਤਾਂ ਕੰਧ ਦੇ ਉੱਪਰ ਬਹੁਤ ਵੱਡੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਸੀ, ਥੱਲੇ ਲਾਲ ਰੰਗ ਦਾ ਕਲੀਨ ਵਿਛਿਆ ਹੋਇਆ ਸੀ, ਔਰ ਮੈਨੂੰ ਸੋਫੇ ਤੇ ਬਿਠਾ ਕੇ ਮੇਰੇ ਵਾਸਤੇ ਕੌਫੀ ਬਣਾ ਕੇ ਲਿਆਇਆ
तो मैनू कह लगा तुसीं की महसूस किया? मैं कहा जी मैनू बड़ी खुशी हुई, मेरे गुरु के स्थान की तस्वीर तुसां घर च लाई है। कह लगे सिर्फ तस्वीर? कह लगे जी हाँ तस्वीर ही दिस रही है। कहते हुई इंज कि असीं इत्थों काफ़ी मुंडे कुड़ियां टूर ते गए सी यात्रा ते, पहला पाकिस्तान ते लाहौर असीं एक होटल विच रेस्टोरेंट च खाना खाधा। उत्थे एक मुसलमान बहरे ने मैनू कुछ पैसे दिते कि जदों हुण तुसीं चढ़दे पंजाब जाओगे अमृतसर शहर तुहानूं लिजाया जाएगा, मैं तुहाडा टूर प्रोग्राम वेख लिया। जदों अमृतसर जाओगे हरमंदर साहब दे तुहानूं दर्शन कराए जाणगे ते उत्थे हरमंदर साहब गोलक विच मेरी जिहड़ी अकीदत है, मेरी भेटा है उत्थे अर्पण करनी। और मैं उन्हें पूछ लिया कि तू मुसलमान है, वो सिखा का केंद्र है, इसका की कारण? तो उसने अखा हंझू आए। उन्हें दसिया मेरा जन्म अमृतसर साहब का है, तो असीं उत्थे जो रहिंदे सी अमृतसर ते रोज़ ही दरबार साहब के दर्शन करन जांदे सी, सानूं शांति प्राप्त हुंदी सी। हुण भावें देश का बंटवारा हो गया 1947 का, तो मैं रोजाना अपनी किरत विचों कुछ पैसे कढ़दा हाँ, आउंदे जांदे यात्रियों के हत्थ मैं उत्थे हरमंदर साहब भेजदा। इस करके तुसीं भी उत्थे भेटा कर दो। कहते मेरे मन से भी कोई असर पिया भी कोई खास मित्र थां है। और जिस वक्त गए हरमंदर साहब मत्था टेकिया, असीं अंदर गए, मैनू ऐसी खिच पई, ऐसा प्रभाव पिया कि मैं उत्थे कीर्तन सुन लई बह गए। मेरे नाल दे साथी बाहर आ गए, वो वेट करन लग पे। मैं काफ़ी लंबा समय उत्थे कीर्तन सुनदा रहा। फिर मैं बाहर आ गया और वो दसदा कि मैं 5-5 मिनट बाद सिगरट पीने वाला सी बंदा, मैनू सिगरटां भुल गईयां पीणियां। ऐसी मस्ती आई, ऐसा आनंद आया, मैं बहुत चिर बैठा रहा। जो उत्थों उठ के बाहर आया, नाल दे साथियों ने कहा, कोई 19-20 दिनों का टूर सी प्रोग्राम साडा। मैं कहा तुसीं हुण जिथे जिथे यात्रा करनी चले जाओ, मैं इत्थों नहीं किते भी जावांगा। आखिरी दिन जदों तुसीं दिल्ली तो उड़ान भरनी है, मैं दिल्ली पहुँच जावांगा। और इस तरह जो मैं फिर 20 दिनों बाद अमृतसर साहब तो चलिया दिल्ली नूं, तो मेरा इत्थों विछड़न नूं जी नहीं सी करदा। मैं फिर एक तस्वीर खरीद ली ते इत्थे लिया के अपने घर लाई हुई है। तो सतगुरु रामदास की मेरे ते बख्शिश हुई कि सवेरे इशनान करके मैं इस तस्वीर के सामने बह जाना इत्थे कलीन ते 7 मिनट हरमंदर साहब का कीर्तन रोज़ इत्थे घरे सुनदा। उदों कोई टीवी चैनल कोई रेडियो कुछ नहीं सी ऐसा प्रबंध। कहने लगा कि तुहानूं यकीन नहीं, तुसीं कागज़ ते कलम फड़ लो, मैं हुणे तुहाडे सामने बह जाना तो जो उत्थे दरबार साहब कीर्तन हो रहा होगा मैं तुहानूं बोल के सुणावांगा। मैनूं समझ कोई नहीं पैंदी, पर मैनूं आनंद आउंदा, मेरा मन जुड़िया रहिंदा। तो 7 मिनट रोज़ कीर्तन सुनदा, समा नहीं वध रहा, रोज़ 7 मिनट ही सुनदा। पर उदों की बख्शिश हुई है, कई सालों की रोजाना मैनूं कीर्तन सुनादा। और इस प्रकार गुरु के प्यारे हो, इहों जिहड़े होरनां मतां दे लोग है, जिहड़े गुरमुखी भाषा नूं नहीं समझदे, गुरु की बाणी का मंत्रैणी शक्ति इसनूं कहंदे ने, गुरु के अमृत बचन की आत्मक शक्ति है। ये शब्द का प्रभाव उन्होंने लोगों के पै रहा। हिंदू मत के बड़े बड़े आचार्य विद्वान उत्थे जाके शांति प्राप्त करते। स्वामी राम तीर्थ दंडी सन्यासी होया, जिन्हें जोगियों के 12 पंथ है, सन्यासियों के 10 भेद हैं। उन्होंने जो दंडी सन्यासी राम तीर्थ, उन्हें ब्राह्मण के घर का जन्म से उहदे मापिया ने काशी छड्डिया, उसनूं विद्वानां कोल पढ़न वास्ते। 12 सालों की संस्कृत भाषा चंगी तरह सीखी, फिर वेद पढ़े, उन्होंने अर्थ पढ़े कई सालों च। फिर इस तरह विद्या पढ़ के 4 वेद, 18 पुराण, 6 शास्त्र, 27 स्मृतियां ते उपनिषद सारे ग्रंथों को घोटा लाया। उन्होंने लिखे कर्म कांड भी किए। इं कर्म कांड करता बुढ़ा हो गया सी, गिरद होया हुआ सी, तो उन्होंने ठंड ना पई, जो अंदर घाट सी उस तरह से, और जो लभदा सी उन्होंने प्राप्त नहीं सी हो रहा। फिर वो एक चेले नूं नाल लैके, काशी का आश्रम बनया हुआ सी, अपने एक चेले नूं नाल लैके धरती का भ्रमण करना शुरू किया। कई थावां ते गया, फिर आखिर पंजाब की धरती ते आया। हरमंदर साहब क्योंकि मशहूर स्थान है, वो इत्थे भी आया। जदों रात के समय शामां नूं अमृतसर परिक्रमा च उन्हें कदम रखिया, तो उन्होंने कीर्तन की धुन करना च पई, शांति प्राप्त हुई, ठंड पई। रात फिर परिक्रमा च बैठा रहा। फिर अपने चेले ने उसने कहा, बेटा तू हुण आश्रम ते चला जा, मैं तो नहीं जावांगा, मैं तो बचती जिंदगी इत्थे अमृतसर ही गुजारांगा। और उत्थे उन्हें कमरा किराए ते ले लिया सी, इत्थे आके दरबार साहब रोज कीर्तन सुनता रहा पिछली उम्र। और चेले ने कहा, तू बेटा चला जा आश्रम ते, उत्थे जाके हुण सिमर नहीं करना, होर कर्म कांड कोई नहीं करना, ते मन च तीव्र तांग पैदा करनी, अगला जन्म किसी गुरसिख के घर च होवे, और मैं हुण इत्थे ही सारी उम्र गुजारांगा। फिर उन्हें कलम चुकी ते 2 किताबां लिखियां,
ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ। ਤੇ ਦੁਨੀਆ ਤੇ ਕੋਈ ਇਹਦੇ ਉੱਪਰ ਭੇਖ ਨਹੀਂ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉੱਪਰ ਦੁਨੀਆ ਤੇ ਕੋਈ ਗ੍ਰੰਥ ਕੋਈ ਬਾਣੀ ਨਹੀਂ ਹੈ। ਉਹਨੇ ਲਿਖਿਆ ਹੈ ਕਿ ਰਾਮਚੰਦਰ ਜੀ ਕ੍ਰਿਸ਼ਨ ਆਦਿਕ ਅਵਤਾਰ ਆਏ, ਦੁਨੀਆ ਦਾ ਭਲਾ ਕਰਕੇ ਚਲੇ ਗਏ, ਤੇ ਪਰ ਸਤਿਗੁਰੂ ਨਾਨਕ ਦੇਵ ਮਹਾਰਾਜ, ਗੁਰੂ ਰਾਮਦਾਸ, ਗੁਰੂ ਗੋਬਿੰਦ ਸਿੰਘ ਸਾਹਿਬ ਆਏ ਤੇ ਆ ਕੇ ਗਏ ਨਹੀਂ। ਅੱਜ ਵੀ ਹਰਿਮੰਦਰ ਸਾਹਿਬ ਦੇ ਅੰਦਰ ਬੈਠੇ ਸੰਸਾਰ ਦੀ ਕਲਿਆਣ ਕਰ ਰਹੇ ਨੇ। ਜੇ ਕਿਸੇ ਦੇ ਭਾਗ ਸੋਲੇ ਹਨ ਤੇ ਬੜੀ ਵੱਡੀ ਦਾਤ ਹੁਣ ਵੀ ਪ੍ਰਾਪਤ ਕਰ ਸਕਦਾ, ਔਰ ਬਹੁਤੇ ਹੀ ਸਫੈਨ ਢੰਗ ਨਾਲ, ਕੋਈ ਕਠਿਨਾਈ ਨਹੀਂ ਉਹਨੂੰ ਆਵੇਗੀ ਇਹ ਦਾਤ ਪ੍ਰਾਪਤ ਕਰਦੇ ਹਾਂ। ਪਰ ਕਿਉਂਕਿ ਸੰਸਾਰ ਦੇ ਲੋਕ ਅਸੀਂ ਪਰਮਾਰਥੀ ਨਹੀਂ, ਸਾਡੇ ਉੱਤੇ ਅਗਿਆਨ ਹੀ ਇੰਨਾ ਛਾਇਆ ਹੋਇਆ ਕਿ ਅਸੀਂ ਆਹ ਜਗ ਮਿੱਠਾ ਗਲਾ ਕੇ ਮਿੱਠਾ ਇੱਥੇ ਹੀ ਖੜੇ ਹਾਂ। ਸਰੀਰ ਨਾਲ ਸੰਬੰਧ ਜਿਹੜੇ ਸੁਖ ਹੈ, ਬਲਕਿ ਸਰੀਰ ਦੇ ਅਗਲੇ ਸਾਹ ਦਾ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਫਿਰ ਵੀ ਦੁਨਿਆਵੀ ਬੰਨ ਨੂੰ ਬੰਨਣ 'ਚ ਹੀ ਸਾਰਾ ਸੰਸਾਰ ਲੱਗਾ ਹੋਇਆ, ਪਰ ਲੋਕ ਦਾ ਤਾਂ ਖਿਆਲ ਭੁਲਾ ਹੀ ਦਿੱਤਾ। ਔਰ ਇਸ ਕਰਕੇ ਪਰਮਾਰਥੀ ਨਾ ਹੋਣ ਕਰਕੇ ਅਸੀਂ ਵਾਂਝੇ। ਜਿਸ ਬੰਦੇ ਨੇ ਪਰਮਾਰਥੀ ਹੋਣ ਕਰਕੇ ਸਮਝ ਪੈ ਗਈ ਨਾ ਵਿਦਿਆ ਪੜ੍ਹ ਕੇ ਵੀ ਪਰਮਾਰਥ ਕੀ ਚੀਜ਼ ਆ, ਇਸ ਲਈ ਪਰ ਸਮਝ ਪੈਣੀ ਹੋਰ ਚੀਜ਼ ਆ, ਦਾਤ ਪ੍ਰਾਪਤ ਹੋਣੀ ਹੋਰ ਚੀਜ਼ ਆ। ਜਿਵੇਂ ਦੁੱਧ ਬਾਰੇ ਗਿਆਨ ਹੋਵੇ ਚ ਕਿੰਨੇ ਵਿਟਾਮਿਨ ਹੈ, ਪਰ ਪੀਏ ਨਾ ਤੇ ਅਸਰ ਨਹੀਂ ਨਾ ਹੋ ਸਕਦਾ। ਇਸੇ ਤਰ੍ਹਾਂ ਗਿਆਨ ਪ੍ਰਾਪਤ ਹੋਣਾ, ਕਰ ਲੈਣਾ, ਵਿਦਿਆ ਜਾਣਕਾਰੀ ਪ੍ਰਾਪਤ ਕਰ ਲੈਣੀ ਹੋਰ ਬਾਤ ਹੈ, ਪਰ ਕਮਾਈ ਕਰਨੀ ਹੋਰ ਗੱਲ ਹੈ, ਦਾਤ ਮਿਲ ਜਾਣੀ ਹੋਰ ਬਾਤ ਹੈ। ਇਸ ਕਰਕੇ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਨੇ ਜਿਹੜਾ ਤੀਰਥ ਸਥਾਨ ਰਚਿਆ ਉਹ ਨਾਮ ਦਾ ਤੀਰਥ ਹੈ, ਉਹ ਇਕੱਲੇ ਜਲ ਦਾ ਤੀਰਥ ਨਹੀਂ ਹੈ। ਜਲ ਤੇ ਸਾਡੇ ਸਰੀਰਾਂ ਦੀ ਸ਼ੁੱਧੀ ਕਰਨ ਲਈ ਔਰ ਨਾਮ ਦਾ ਪ੍ਰਭਾਵ ਪੈਣ ਕਰਕੇ ਉਹ ਅੰਮ੍ਰਿਤ ਰੂਪ ਹੈ। ਸਾਡੇ ਲਈ ਸਤਿਕਾਰਯੋਗ ਜਲ ਵੀ, ਸਰੋਵਰ ਵੀ ਪਵਿੱਤਰ ਹਨ ਸਾਡੇ ਵਾਸਤੇ, ਕਿਉਂਕਿ ਨਾਮ ਨੇ ਪਵਿੱਤਰ ਕੀਤੇ ਹੋਏ। ਸਤਿਗੁਰੂ ਨੇ ਮਹਾਨਤਾ ਨਾਮ ਦੀ ਪ੍ਰਗਟ ਕੀਤੀ ਹੈ। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਆ। ਜੇ 5 ਸਤਿਗੁਰੂ ਹੋਰ ਹੋਣੇ ਸਨ, ਸਰੀਰਕ ਤੌਰ ਤੇ 5 ਜਾਮੇ ਗੁਰੂ ਨਾਨਕ ਸਾਹਿਬ ਨੇ ਹੋਰ ਧਾਰਨ ਕਰਨੇ ਸੀ, 5ਵਾਂ ਜਾਮਾ ਮੌਜੂਦ ਸੀ, ਪਰ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚ ਕੇ, ਬਾਣੀ ਰਚ ਕੇ ਸਥਾਪਿਤ ਕੀਤਾ। ਆਪ ਨੀਵੀਂ ਥਾਂ ਬੈਠਦੇ ਰਹੇ ਸਤਿਗੁਰੂ ਮਹਾਰਾਜ, ਕਿੰਨਾ ਆਦਤ ਬਾਣੀ ਦਾ ਕੀਤਾ ਔਰ ਕੀਰਤਨ ਲਗਾਤਾਰ ਜਾਰੀ ਕਰਵਾਤਾ। 18 ਘੰਟੇ ਹਰਿਮੰਦਰ ਸਾਹਿਬ ਉਦੋਂ ਤੋਂ ਰੋਜ਼ਾਨਾ ਕੀਰਤਨ ਹੁੰਦਾ ਆ ਰਿਹਾ, 18 ਘੰਟੇ। ਬਾਕੀ ਦੇ 6 ਘੰਟੇ ਸੇਵਾ ਹੁੰਦੀ ਆ। ਉਦੋਂ ਵੀ ਸੁਖਮਨੀ ਸਾਹਿਬ ਦੀਆਂ ਧੁਨਾਂ ਉਚਰਦੀਆਂ ਹਨ, ਉੱਥੇ 8 ਪਹਿਰ ਭਜਨ ਹੋ ਰਿਹਾ ਹੈ। ਇਸ ਕਰਕੇ ਵਾਹਿਗੁਰੂ ਦਾ ਨਾਮ ਹੀ ਇੱਥੇ ਕਹਿ ਰਹੇ ਨੇ ਵੀ ਤੀਰਥ ਵੱਡਾ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਤੀਰਥ ਜਿਹੜੇ ਬਣਾਉਣੀ ਤੁਸੀਂ ਕਹਿ ਰਹੇ ਹੋ 68 ਤੀਰਥ, ਉਹਨਾਂ ਤੇ ਤਾਂ ਨਹਾਈਏ ਜਾ ਕੇ ਜੇ ਪਰਮੇਸ਼ਰ ਨੂੰ ਭਾਜੀਏ, ਚੰਗੇ ਲੱਗੀਏ। ਆਪਣਾ ਆਪ ਅੰਦਰੋਂ ਸਵਾਰਾਂਗੇ ਤਾਂ ਹੀ ਵਾਹਿਗੁਰੂ ਨੂੰ ਚੰਗੇ ਲੱਗਾਂਗੇ। ਜੇ ਅਸੀਂ ਆਪਣਾ ਆਪ ਨਹੀਂ ਸਵਾਰਦੇ, ਪਰਮੇਸ਼ਰ ਨੂੰ ਚੰਗੇ ਨਹੀਂ ਲੱਗ ਸਕਦੇ। ਬਾਹਰੀ ਤੌਰ ਤੇ ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਹੋਂਗੇ ਰਮੇ ਕਬੀਰ। ਕਈ ਲੋਕ ਗੰਗਾ ਦੇ ਕਿਨਾਰਿਆਂ ਦੇ ਘਰ ਬਣਾ ਦਿੰਦੇ ਪਿਛਲੀ ਉਮਰੇ ਜਾ ਕੇ, ਤੇ ਕਹਿੰਦੇ ਜਲ ਛਕ ਕੇ ਗੰਗਾ ਦਾ ਇਸ਼ਨਾਨ ਕਰਕੇ ਜੈ ਗੰਗਾ ਕਹਿ ਛੱਡਦੇ ਹੋ, ਇਸ ਤਰ੍ਹਾਂ ਮੁਕਤ ਨਹੀਂ ਹੋਇਆ ਜਾਣਾ। ਸੋ ਇਸ ਪ੍ਰਕਾਰ ਕਬੀਰ ਜੀ ਇੰਝ ਕਹਿ ਕੇ ਕਹਿੰਦੇ ਅਸੀਂ ਰਮੇ ਅੱਗੇ ਚਲੇ ਗਏ, ਵਾਹਿਗੁਰੂ ਦੇ ਨਾਮ ਉਚਾਰਨ ਵਿੱਚ ਲੱਗ ਗਏ। ਤੇ ਜੇ ਕਿਸੇ ਦੇ ਭਾਗ ਸੋਲੇ ਹੋਣਗੇ ਕੋਈ ਉਪਦੇਸ਼ ਸੁਣ ਲੈ ਮੰਨ ਲਵੇਗਾ, ਨਹੀਂ ਤਾਂ ਇਹਨਾਂ ਇਸੇ ਤਰ੍ਹਾਂ ਰਹਿਣਾ। ਇਸ ਪ੍ਰਕਾਰ ਗੁਰੂ ਕੇ ਪਿਆਰੇ ਹੋਏ ਹਜ਼ੂਰ ਕਹਿ ਰਹੇ ਹਨ, ਜੇਤੀ ਸਿਰ ਟੋਪਾਈ ਵੇਖਾ ਵਿਣ ਕਰਮਾਂ ਕੈ ਮਿਲੈ ਲਈ। ਹਜ਼ੂਰ ਕਹਿੰਦੇ ਕਰਮ ਤਾਂ ਸ਼ੁਭ ਸੰਸਾਰ ਦੇ ਲੋਕ ਕਰਦੇ ਹੀ ਨਹੀਂ, ਪਰ ਜੇ ਜਿੰਨੀ ਸ੍ਰਿਸ਼ਟੀ ਪਰਮਾਤਮਾ ਦੀ ਪੈਦਾ ਕੀਤੀ ਹੋਈ ਅਸੀਂ ਦੇਖ ਰਹੇ ਹਾਂ, ਉਹ ਸਾਰੇ ਸ੍ਰਿਸ਼ਟੀ ਦੇ ਲੋਕ ਵਿਣ ਕਰਮਾਂ ਕੇ ਮਿਲੈ ਲਈ। ਜਦੋਂ ਤੱਕ ਉਹਨਾਂ ਸ਼ੁਭ ਕਰਮ ਨਹੀਂ ਆਪਣੇ ਸਵਾਰੇ ਨਹੀਂ, ਕਰਮਾਂ ਨੂੰ ਤਬਦੀਲ ਨਹੀਂ ਕੀਤਾ, ਨਿਸ਼ਕਾਮ ਕਰਮ ਨਹੀਂ ਕੀਤੇ, ਤੇ ਉਹ ਲੇਖ ਨਹੀਂ ਬਣੇ ਮਸਤਕ ਦੇ। ਬਿਨਾਂ ਕਰਮਾਂ ਤੋਂ ਕਿਸ ਤਰ੍ਹਾਂ ਕੁਝ ਪ੍ਰਾਪਤ ਕੋਈ ਕਰ ਸਕਦਾ, ਕਿੱਦਾਂ ਕਿਸੇ ਨੂੰ ਕੁਝ ਮਿਲ ਸਕਦਾ, ਤੇ ਕਿਵੇਂ ਕੋਈ ਲੈ ਸਕਦਾ ਵਾਹਿਗੁਰੂ ਕੋਲੋਂ ਦਾਤ, ਜਿੰਨਾ ਚਿਰ ਆਪਣੇ ਕਰਮ ਨਹੀਂ ਤਬਦੀਲ ਕਰਦਾ। ਔਰ ਜਿਵੇਂ ਕਰਮ ਦੇਵਤੇ ਤੇ ਲక్ష్ਮੀ ਦੀ ਸੰਵਾਦ ਲਿਖਿਆ ਹੋਇਆ ਗ੍ਰੰਥਾਂ 'ਚ, ਕਰਮ ਦੇਵਤਾ ਤੇ ਲక్ష్ਮੀ ਆਪਸ ਵਿੱਚ ਵਾਦ ਕਰਨ ਲੱਗ ਪਏ। ਲక్ష్ਮੀ ਕਹਿਣ ਲੱਗੀ ਮੈਂ ਬਹੁਤ ਵੱਡੀ ਹਾਂ, ਕਰਮ ਦੇਵਤਾ ਕਹਿਣ ਲੱਗਾ ਵੀ ਜਿੰਨਾ ਚਿਰ ਕਰਮ ਨਹੀਂ ਕਿਸੇ ਦੇ, ਉਹਨਾਂ ਚਿਰ ਕਿਵੇਂ ਕਿਸੇ ਨੂੰ ਕੁਝ ਮਿਲ ਸਕਦਾ। ਤਾਂ ਲక్ష్ਮੀ ਨੂੰ ਕਹਿਣ ਲੱਗਿਆ ਕਰਮ ਦੇਵਤਾ ਵੀ, ਉਹ ਲੱਕੜਾ ਵੱਢ ਕੇ ਮਸਾਂ ਗੁਜ਼ਾਰਾ ਕਰਦਾ, ਤੂੰ ਆਪਣੀ ਸ਼ਕਤੀ ਵਰਤ ਖਾਂ ਭਲਾ ਨੂੰ ਨੀਰ ਕਰਦੇ, ਉਹਦੇ ਦੁੱਖ ਤਕਲੀਫਾਂ ਦੂਰ ਕਰਨ ਨੂੰ ਦੇ ਕੁਝ ਜੇ ਕੁਝ ਦੇ ਸਕੇਗਾ। ਤਾਂ ਲక్ష్ਮੀ ਨੇ ਰੂਪ ਧਾਰਿਆ ਔਰਤ ਦਾ, ਤੇ ਉਸ ਵੇਲੇ ਆ ਕੇ ਉਹਨੂੰ ਇੱਕ ਮੋਹਰਾਂ ਦੀ ਥੈਲੀ ਦਿੱਤੀ ਕਿ ਲੈ ਸਜਣਾ ਤੂੰ ਬੜਾ ਗਰੀਬ ਹੈ, ਆ ਮੋਹਰਾਂ ਦੀ ਥੈਲੀ ਸਾਰੀ ਉਮਰ ਭਾਵੇਂ ਖਾਈ ਭੋਗੀ ਜਾਏ, ਮੁੱਕਣੀ ਨਹੀਂ, ਲੈ ਜਾ। ਜਿਸ ਵੇਲੇ ਮੋਹਰਾਂ ਦੀ ਥੈਲੀ ਲੈ ਕੇ ਉਹ ਲੱਕੜਾਂ ਛੜਕੀਆਂ ਵੱਢਣੀਆਂ ਉੱਥੇ ਹੀ, ਅੱਗੇ ਰੋਜ਼ ਲੱਕੜਾਂ ਲਿਆ ਕੇ ਵੇਚ ਕੇ ਆਟਾ ਲਿਆਉਂਦਾ ਸੀ, ਘਰ ਰੋਟੀਆਂ ਪੱਕਦੀਆਂ ਸੀ। ਅੱਜ ਲੱਕੜਾਂ ਛੜਕੀਆਂ ਤੇ ਉਹ ਮੋਹਰਾਂ ਦੀ ਥੈਲੀ ਲੈ ਕੇ ਘਰ ਨੂੰ ਆਇਆ। ਜਦੋਂ ਘਰ ਵਿੱਚ ਆਇਆ ਤੇ ਘਰ ਵਾਲੀ ਘਰ ਨਹੀਂ ਸੀ, ਕਿਤੇ ਆਸੇ ਪਾਸੇ ਗੁਆਂਢੀਆਂ ਘਰ ਗਈ ਹੋਈ ਸੀ।
ਉਹਨੇ ਖਿਆਲ ਕੀਤਾ ਵੀ ਮੈਂ ਨਾਲ ਕੀ ਲਿਜਾਣੀਆਂ ਮੋਹਰਾਂ। ਉਹਨੇ ਕੋਠੇ ਦੀ ਜਿਹੜੀ ਕੰਧ ਸੀ ਉਹਦੀ ਘਰ ਦੇ ਉੱਪਰ ਦੀ ਘਰ ਸੁੱਟਦੀਆਂ ਥੈਲੀ ਮੋਹਰਾਂ, ਤੇ ਲਾਗੂ ਗੁਆਂਢੀ ਨੇ ਘਰੋਂ ਸੱਦਣ ਚਲਾ ਗਿਆ। ਕਿਸੇ ਨਾਲ ਦੀ ਗੁਆਂਢਣ ਨੇ ਵੇਖਿਆ ਵੀ ਖੜਾਕ ਜਿਹੜਾ ਹੋਇਆ, ਦੇਖਾਂ ਕੀ ਹੈ, ਤੇ ਉਹਨੇ ਕੰਧ ਉੱਪਰ ਦੇ ਥੈਲੀ ਪਈ ਵੇਖੀ ਤੇ ਝੱਟ ਪੌੜੀ ਲਾ ਕੇ ਉਹਦੇ ਘਰ ਲੰਘ ਕੇ ਤੇ ਥੈਲੀ ਚੁੱਕ ਕੇ ਲੈ ਗਈ। ਜਿਸ ਵੇਲੇ ਆਪਣੇ ਘਰ ਵਾਲੇ ਸੱਦ ਕੇ ਲਿਆਇਆ, ਉਹ ਪੁੱਛਦੀ ਕਿ ਲੱਕੜਾਂ ਕਿੱਥੇ ਲੈਂਦੀਆਂ ਨੇ, ਪਤੀ ਦੇਵ ਰੋਟੀ ਕਿਵੇਂ ਖਾਵਾਂਗੇ? ਕਹਿਣ ਲੱਗਾ ਛੱਡ ਲੱਕੜਾਂ ਨੂੰ, ਅੱਜ ਤਾਂ ਥੈਲੀ ਮੋਹਰਾਂ ਦੀ ਮਿਲੀ ਹੈ। ਜਿਸ ਵੇਲੇ ਕੁੰਡਾ ਖੋਲ ਕੇ ਅੰਦਰ ਲੰਘੇ ਤੇ ਥੈਲੀ ਹੈ ਨਾ। ਉਸੇ ਤਰ੍ਹਾਂ ਭੁੱਖੇ ਉਧਰ ਬੈਠੇ ਰਹੇ। ਕਹਿਣ ਲੱਗੀ ਐਵੇਂ ਨਾ ਕਿਸੇ ਦੇ ਆਖੇ ਲੱਗਿਆ ਕਰ, ਖਰੇ ਕੀ ਤੂੰ ਲਿਆਂਦਾ ਸੀ, ਇੱਥੇ ਤਾਂ ਕੁਛ ਵੀ ਨਹੀਂ ਹੈ। ਅਗਲੇ ਦਿਨ ਫਿਰ ਗਿਆ, ਫਿਰ ਦੇ ਉਹ ਮਿਲੀ ਲక్ష్ਮੀ। ਕਹਿਣ ਲੱਗੀ ਕੱਲ ਤੈਨੂੰ ਮੋਹਰਾਂ ਦੀ ਥੈਲੀ ਦਿੱਤੀ ਸੀ, ਫਿਰ ਲੱਕੜਾਂ ਵੱਢਣ ਆ ਗਿਆ। ਕਹਿਣ ਲੱਗਾ ਉਹ ਕੋਈ ਚੁੱਕ ਕੇ ਲੈ ਗਿਆ। ਫਿਰ ਉਸਨੇ ਉਸਨੂੰ 2 ਲਾਲ ਦਿੱਤੇ। ਕਹਿਣ ਲੱਗੀ ਲੈ ਉਦੋਂ ਵੀ ਬਹੁਤੇ ਕੀਮਤੀ ਹੈ, ਕਿਸੇ ਜੋਗੀ ਕੋਲ ਵੇਚ ਕੇ ਲੱਖਾਂ ਕਰੋੜਾਂ ਮੁੱਲ ਪਾ ਜਾਣਾ ਉਹਨਾਂ ਦਾ। ਜਿਸ ਵੇਲੇ ਲਈ ਆਉਂਦਾ ਸੀ ਤੇ ਰਸਤੇ ਦੇ ਵਿੱਚ ਪਾਣੀ ਲੰਘਣਾ ਪੈਣਾ ਸੀ, ਤੇ ਜਿਸ ਵੇਲੇ ਉਹ ਖੀਸੇ 'ਚ ਪਾਏ ਹੋਏ ਸੀ ਦੋਵੇਂ ਲਾਲ, ਤੇ ਥੋੜਾ ਜਿਹਾ ਝੁਲਿਆ ਤੇ ਉਹ ਲਾਲ ਨਦੀ 'ਚ ਡਿੱਗ ਪਏ ਦੋਵੇਂ। ਫਿਰ ਉਸੇ ਤਰ੍ਹਾਂ ਖਾਲੀ ਰਹਿ ਗਿਆ ਤੇ ਰੋਟੀ ਵੀ ਨਾ ਪੱਕ ਸਕੀ। ਤੀਸਰੇ ਦਿਨ ਜਦੋਂ ਗਿਆ ਫਿਰ ਲక్ష్ਮੀ ਮਿਲ ਪਈ। ਉਸਨੇ ਇੱਕ 9 ਲੱਖਾਂ ਹਾਰ ਦਿੱਤਾ ਉਸਨੂੰ। ਜਿਸ ਵੇਲੇ ਲੈ ਕੇ ਆ ਰਿਹਾ ਸੀ ਤੇ ਰਸਤੇ 'ਚ ਗਰਮੀ ਬੜੀ ਲੱਗੀ, ਤੇ ਉਹਨੇ ਆਪਣੀ ਪੱਗ ਲਾ ਕੇ ਨਾਲ ਹੀ ਹਾਰ ਰੱਖਤਾ ਤੇ ਇਸ਼ਨਾਨ ਕਰਨ ਲੱਗ ਪਏ, ਕੱਪੜੇ ਲਾ ਕੇ ਇੱਲ ਪਈ, ਉਹ ਪੱਗ ਚੁੱਕ ਕੇ ਲੈ ਗਈ, ਨਾਲ ਹੀ 9 ਲੱਖਾਂ ਹਾਰ ਲੈ ਗਈ। ਫਿਰ ਉਸੇ ਤਰ੍ਹਾਂ ਖਾਲੀ ਰਹਿ ਗਿਆ। ਫਿਰ ਜਦੋਂ ਅਗਲੇ ਦਿਨ ਚੌਥੇ ਦਿਨ ਗਿਆ ਤਾਂ ਕਰਮ ਦੇਵਤਾ ਦਾ ਤੂੰ ਸਾਰੀ ਵਾਹ ਲਾ ਲਈ ਹੈ। ਲక్ష్ਮੀ ਨੂੰ ਕਹਿਣ ਲੱਗਾ ਹੁਣ ਮੈਂ ਇਹਨੂੰ ਕੁਛ ਦਿਆਂਗਾ। ਔਰ ਉਸ ਵੇਲੇ ਉਸਨੇ 2 ਪੈਸੇ ਦਿੱਤੇ ਉਸਨੂੰ, ਤੇ ਲੈ ਸੱਜਣਾ ਇਹਦਾ ਕੁਝ ਲੈ ਕੇ ਖਾ ਲੈ। ਜਦੋਂ ਆਇਆ ਰਸਤੇ ਦੇ ਵਿੱਚ ਤਾਂ ਉਹਨੇ ਕਹਿੰਦੇ ਮੱਛੀ ਖਰੀਦ ਲਈ ਵੀ ਇਹ ਮੱਛੀ ਖਾਵਾਂਗੇ ਬਣਾ ਕੇ, ਹੋਰ ਤਾਂ 2 ਪੈਸਾ ਦਾ ਆਉਣਾ ਕੁਛ ਨਹੀਂ। ਤੇ ਉਸ ਵੇਲੇ ਖਿਆਲ ਕੀਤਾ ਵੀ ਇਹ ਮੱਛੀ ਨੂੰ ਭੁੰਨਾਂਗੇ ਕਿਵੇਂ। ਤਾਂ ਉਹਨੇ ਇੱਲ ਦਾ ਆਲੜਾ ਵੇਖਿਆ, ਉੱਪਰ ਚੜ੍ਹ ਗਿਆ ਤੇ ਉੱਥੋਂ 9 ਲੱਖਾਂ ਹਾਰ ਤੇ ਪੱਗ ਵੀ ਮਿਲ ਗਈ। ਜਿਸ ਵੇਲੇ ਇੰਝ ਆਇਆ ਤੇ ਘਰ ਲੈ ਕੇ ਮੱਛੀ ਪਹੁੰਚਾ, ਤੇ ਇਸੇ ਤਰ੍ਹਾਂ ਰਸਤੇ 'ਚ ਆਉਂਦਿਆਂ ਹੋਇਆਂ ਜਿਸ ਵੇਲੇ ਘਰ ਆਇਆ ਤੇ ਘਰ ਵਾਲੇ ਆਉਂਦਿਆਂ ਕਹਿਣ ਲੱਗਾ ਵੀ ਲੱਭ ਗਈ ਮਤਲਬ ਸੀ ਪੱਗ ਲੱਭ ਗਈ 9 ਲੱਖ ਹਾਰ ਸਮੇਤ। ਗੁਆਂਢੀ ਨੇ ਖਿਆਲ ਕੀਤਾ ਵੀ ਕਿਸੇ ਸਾਧੂ ਮਹਾਤਮਾ ਨੂੰ ਪੁੱਛ ਕੇ ਆਇਆ, ਉਹਨੇ ਸ਼ਾਇਦ ਮੇਰਾ ਨਾਮ ਲੈਤਾ ਵੀ ਉਹਨੇ ਤੁਹਾਡੀ ਮੋਹਰਾਂ ਦੀ ਥੈਲੀ ਚੁੱਕੀ ਆ। ਝਾਟੀ ਆਣ ਹਾਜ਼ਰ ਕੀਤੀ, ਕਹਿਣ ਲੱਗੀ ਆਪਣੀ ਮੋਹਰਾਂ ਦੀ ਥੈਲੀ ਦੇ ਦਿਓ, ਰੌਲਾ ਨਾ ਪਾਇਓ, ਮੈਂ ਚੁੱਕ ਕੇ ਲੈ ਕੇ ਗਈ ਸੀ। ਤੇ ਜਿਸ ਵੇਲੇ ਮੱਛੀ ਦਾ ਪੇਟ ਚੀਰਿਆ, ਵਿੱਚੋਂ ਦੋਵੇਂ ਲਾਲ ਵੀ ਲੱਭ ਕੇ ਪ੍ਰਾਪਤ ਹੋ ਗਏ। ਸੋ ਜਦੋਂ ਕਰਮਾਂ ਨੇ ਸਾਥ ਦਿੱਤਾ ਉਸ ਵੇਲੇ 3 ਚੀਜ਼ਾਂ ਮਿਲ ਗਈਆਂ। ਜਦੋਂ ਤੱਕ ਕਰਮ ਨਹੀਂ ਸੀ ਸਾਥ ਦਿੰਦੇ ਉਦੋਂ ਤੱਕ ਕੁਛ ਵੀ ਨਾ ਮਿਲਿਆ। ਸੋ ਖਾਲੀ ਜਾ ਕੇ ਭੁੱਖੇ ਰਹਿਣਾ ਪਿਆ। ਇਸ ਪ੍ਰਕਾਰ ਇਹ ਪੁਰਾਣਾ 'ਚ ਸਾਖੀ ਲਿਖੀ ਹੋਈ ਹੈ, ਕਰਮ ਦੇਵਤਾ ਤੇ ਲక్ష్ਮੀ ਦਾ ਸੰਵਾਦ। ਇਹੋ ਸਾਧ ਸੰਗਤ ਜੀ ਲੱਖ ਜਨਮ ਕਰਨ ਦੇ ਬਾਵਜੂਦ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬਿਨ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਕੀ ਕੋਈ ਪ੍ਰਾਪਤ ਕਰੇਗਾ ਵਾਹਿਗੁਰੂ ਤੋਂ, ਕੀ ਕਿਸ ਨੂੰ ਮਿਲੇਗਾ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇਹ ਜਗਿਆਸੂ ਬਣ ਕੇ ਗੁਰਾਂ ਦੀ ਇੱਕ ਵੀ ਸਿੱਖਿਆ ਨੂੰ ਸੁਣ ਲੈਣਾ ਭਾਵਨਾ ਨਾਲ, ਤਾਂ ਇਹਦੀ ਮਤ ਬੁੱਧੀ ਦੇ ਅੰਦਰ ਰਤਨ ਵਿਰਾਗ ਉਤਪਨ ਹੋਵੇਗਾ, ਸੰਸਾਰ ਵੱਲੋਂ ਵਿਰਾਗ। ਜਿਵੇਂ ਫਰੀਦ ਜੀ ਨੇ ਕਿਹਾ ਕੋਠੇ ਚੜ੍ਹ ਕੇ ਵੇਖਿਆ ਤਾਂ ਘਰ ਘਰ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਹਾਗ। ਉੱਚੇ ਚੜ੍ਹ ਕੇ ਦਾ ਮਤਲਬ ਵਿਰਾਗ ਰੂਪੀ ਟਿੱਲੇ ਤੇ ਚੜ੍ਹ ਕੇ ਵੇਖਿਆ, ਘਰ ਘਰ ਵਿੱਚ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਇਉਂ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਵਿਰਾਗ ਰੂਪੀ ਟਿੱਲਾ ਪ੍ਰਾਪਤ ਹੁੰਦਾ ਹੈ। ਰਤਨ ਦੀ ਨਿਆਈ ਹੈ। ਰਤਨ ਦਾ ਅਰਥ ਹੈ ਰਤਨਾ, ਜਿਸ ਨੂੰ ਪ੍ਰਾਪਤ ਕਰਕੇ ਕਿਸੇ ਚੀਜ਼ ਨਾਲ ਪ੍ਰੀਤ ਨਾ ਰਹਿ ਜੇ, ਉਹ ਵਿਰਾਗ ਹੀ ਹੈ। ਸੋ ਵਿਰਾਗ ਕਿਉਂ ਰੋਣ ਧੋਣ ਦਾ ਨਾਂ ਨਹੀਂ, ਜਿਹੜਾ ਅੱਖਾਂ ਤੋਂ ਰੋਈ ਜਾਣਾ ਇਹ ਵਿਰਾਗ ਨਹੀਂ ਹੁੰਦਾ। ਸੋ ਇਹ ਤਾਂ ਲੋਕ ਆਪਣੇ ਮਤਲਬ ਕਰਕੇ ਰੋਂਦੇ ਫਲਾਣਾ ਗੁਜ਼ਰ ਗਿਆ ਨੂੰ ਰੋਈ ਜਾਂਦੇ ਆ। ਸੋ ਜਿਹੜਾ ਵਿਰਾਗ ਹੈ ਇਹ ਰਾਗ ਮੋਹ ਤੋਂ ਰਹਿਤ ਅਵਸਥਾ ਦਾ ਨਾਮ ਹੈ। ਹਜ਼ੂਰ ਦਸਮ ਪਾਤਸ਼ਾਹ ਨੂੰ ਭਾਈ ਨੰਦ ਲਾਲ ਜੀ ਨੇ ਬਰਾਗੀਆਂ ਦੀਆਂ ਨਿਸ਼ਾਨੀਆਂ ਪੁੱਛੀਆਂ ਸੀ, ਤਾਂ ਜੋ ਕਲਗੀਧਰ ਪਾਤਸ਼ਾਹ ਨੇ ਦੱਸੀਆਂ ਨਿਸ਼ਾਨੀਆਂ ਭਾਈ ਨੰਦ ਲਾਲ ਜੀ ਲਿਖਦੇ ਹਨ। ਆਸ਼ਕਾਰਾ ਨਵ ਨਿਸ਼ਾਨੀ ਐ ਤਿਸਰ। ਤੇ ਪੁੱਤਰ ਨੰਦ ਲਾਲ ਰੱਬ ਦੇ ਆਸ਼ਕਾਂ ਦੀਆਂ ਬਰਾਗੀਆਂ ਦੀਆਂ 9 ਨਿਸ਼ਾਨੀਆਂ ਹਨ। ਆਹ ਸਰਦੋ ਠੰਡੇ ਹਵਾ ਕੇ ਆਉਂਦੇ, ਠੰਡੇ ਸਾਹ ਆਉਂਦੇ ਹਨ, ਲੰਬੇ ਲੰਬੇ ਸਾਹ ਲੈਂਦੇ ਰੱਬ ਦੇ ਪਿਆਰੇ। ਰੰਗ ਜਰਦੋ, ਚਿਹਰੇ ਦਾ ਰੰਗ ਜਿਹੜਾ ਤੇ ਪਿਲੱਤਣ ਫਿਰ ਜਾਂਦੀ ਹੈ ਬਰਾਗੀਆਂ ਦੇ। ਰੰਗ ਜਰਦੋ ਚਸ਼ਮ ਤਾਰ, ਨੇਤਰ ਹਰ ਵਕਤ ਬਰਾਗ ਨਾਲ ਗਿਲੇ ਰਹਿੰਦੇ, ਜਿਵੇਂ ਸੰਤ ਅਤਰ ਸਿੰਘ ਸਾਹਿਬ ਦੀ ਅਵਸਥਾ ਸੀ। ਐਸੇ ਬਰਾਗੀ ਸੀ। ਤੇ ਦਿੱਲੀ ਦਾ ਗਵਰਨਰ ਸੀ ਜਾਰਜ ਪੰਚਮ, ਉਹਨੇ ਦਰਸ਼ਨ ਕਰ ਲਿਆ ਸੰਤ ਅਤਰ ਸਿੰਘ ਸਾਹਿਬ ਦਾ। ਕੋਈ ਬਚਨ ਨਹੀਂ ਸੀ ਕੀਤਾ, ਨਾ ਕਿਸੇ ਨੇ ਦੱਸਿਆ ਸੀ ਕਿ ਇਹ ਸੰਤ ਨੇ। ਦਰਸ਼ਨ ਕਰਕੇ ਗੱਲ ਕਹੀ ਸੀ ਇਹੋ ਜਿਹਾ ਬੰਦਾ ਸਾਡੇ ਧਰਮ 'ਚ ਇੱਕ ਪੈਦਾ ਹੋ ਜਾਏ, ਅਸੀਂ ਸਾਰੀ ਦੁਨੀਆ ਅਸਾਈ ਬਣਾ ਦਈਏ।
ਜਾਰਜ ਪੰਚਮ ਨੇ ਸੰਤ ਅਤਰ ਸਿੰਘ ਦੇ ਦਰਸ਼ਨ ਕਰਕੇ ਗੱਲ ਕਹੀ ਸੀ। ਔਰ ਐਸੇ ਮਹਾਂਪੁਰਸ਼ ਸੀ, ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਧਰਮ ਵੇਖਣਾ ਚਾਹੁੰਦੇ ਕਿਹੋ ਜਿਹੇ ਆ। ਜਿਹੜੇ ਹਿੰਦੂ ਸੀ ਉਹ ਭਗਵਦ ਗੀਤਾ ਲਪੇਟ ਕੇ ਕੱਪੜੇ 'ਚ ਕੱਛ ਮਾਰ ਕੇ ਲੈ ਗਏ, ਆਹ ਸਾਡਾ ਧਰਮ ਗ੍ਰੰਥ ਹੈ। ਮੁਸਲਮਾਨਾਂ ਨੂੰ ਸੱਦਿਆ, ਉਹ ਕੁਰਾਨ ਸ਼ਰੀਫ ਕੱਪੜੇ 'ਚ ਲਪੇਟ ਕੇ ਲੈ ਗਏ। ਜਦੋਂ ਸਿੱਖਾਂ ਨੂੰ ਕਿਹਾ ਆਪਣੇ ਇਸ਼ਟ ਦੇ ਦਰਸ਼ਨ ਕਰਾਓ, ਤਾਂ ਫਿਰ ਸਾਰੇ ਪੰਥ ਨੇ ਇੱਕ ਬੜਾ ਚੌੜੇ ਪਿੰਡੇ ਵਾਲਾ ਹਾਥੀ ਖਰੀਦਿਆ ਸੀ ਕਿਰਾਏ ਤੇ, ਉਹਦੇ ਤੇ ਰੱਖੀ ਬੜੀ ਸੁੰਦਰ ਪਾਲਕੀ, ਔਰ ਉਸ ਪਾਲਕੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੁਭਾਇਮਾਨ। ਤੇ ਪੰਥ ਨੇ ਸਲਾਹ ਕਰਕੇ ਸੰਤ ਅਤਰ ਸਿੰਘ ਨੂੰ ਚੌਰ ਬਰਦਾਰ ਲਾਇਆ ਸੀ ਤੇ ਮਹਾਰਾਜ ਦੀ ਤਾਬਿਆ ਤੁਸੀਂ ਸਜੋਗੇ। ਤੇ ਦਿੱਲੀ ਦੇ ਸ਼ਹਿਰ ਦੇ ਵਿੱਚ ਗਲੀਆਂ 'ਚ ਨਗਰ ਕੀਰਤਨ ਕੱਢਿਆ ਸੀ ਤੇ ਦੱਸਿਆ ਜਾਰਜ ਪੰਚ ਨੂੰ ਆਏ ਦਰਸ਼ਨ ਕਰਨ ਵਾਸਤੇ। ਜਦੋਂ ਆਇਆ ਗਿਆ ਇਹ ਸਾਡੇ ਇਸ਼ਟ ਹਨ। ਤੇ ਸੰਤ ਅਤਰ ਸਿੰਘ ਜੀ ਉੱਚੀ ਉੱਚੀ ਬੁਲੰਦ ਆਵਾਜ਼ 'ਚ ਇੱਕ ਬਚਨ ਪੜ੍ਹ ਰਹੇ ਸੀ, ਕਉ ਹਰ ਸਮਾਨ ਨਹੀਂ ਰਾਜਾ। ਗੁਰੂ ਗ੍ਰੰਥ ਸਾਹਿਬ ਨੂੰ ਹੱਥ ਕਰਕੇ ਕਹਿੰਦੇ ਸੀ, ਕਉ ਹਰ ਸਮਾਨ ਨਹੀਂ ਰਾਜਾ। ਜਾਰਜ ਪੰਚਮ ਵੱਲ ਹੱਥ ਕਰਕੇ ਕਹਿਣ ਲੱਗੇ, ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹਨੇ ਪੁੱਛਿਆ ਸੀ ਇਹਦੇ ਅਰਥ ਦੱਸੋ। ਫਿਰ ਅੰਗਰੇਜ਼ੀ ਪੜ੍ਹੇ ਹੋਏ ਸੱਜਣਾ ਨੇ ਅਰਥ ਦੱਸੇ ਸੀ। ਆਸ਼ਾ ਕਰ ਉੱਠਿਆ, ਕਹਿਣ ਲੱਗਾ, ਠੀਕ, ਸਿੱਖਾਂ ਦਾ ਧਰਮ ਬੜਾ ਮਹਾਨ ਹੈ। ਸੋ ਗੁਰੂ ਕੇ ਪਿਆਰਿਓ, ਸਿੱਖਾਂ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਬੜੇ ਮਹਾਨ ਹੈ। ਆ ਜਿਹੜੀਆਂ ਪੰਜਾਬ 'ਚ ਕੁਝ ਘਟਨਾਵਾਂ ਹੋ ਰਹੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀ ਕਰਦੇ ਆ, ਜਦੋਂ ਉਹਨਾਂ ਨੂੰ ਸੋਧਾ ਲਾਉਂਦੇ ਆ ਸਿੰਘ, ਤਾਂ ਫਿਰ ਬੜਾ ਦੁੱਖ ਵੀ ਮਹਿਸੂਸ ਕਰਦੇ ਆ ਵੀ ਵੇਖੋ ਜੀ ਬੁੱਢਾ ਕੁੱਟਤਾ, ਫਲਾਣਾ ਕੁੱਟਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਉਦੋਂ ਦੁੱਖ ਨਹੀਂ ਹੁੰਦਾ ਸਿੱਖਾਂ ਨੂੰ। ਸੋ ਜਿਹੜੇ ਬੁੱਢੇ ਪੁੱਠੇ ਕੰਮ ਕਰਨਗੇ ਤਾਂ ਕੁੱਟ ਖਾਣਗੇ ਹੀ। ਇੱਕ ਬੁੱਢਾ ਹੁੰਦਾ, ਇੱਕ ਬਜ਼ੁਰਗ ਹੁੰਦਾ। ਬਜ਼ੁਰਗ ਸਿਆਣਪ ਦਾ ਨਾਮ ਹੈ, ਬਜ਼ੁਰਗੀ ਦਾ ਨਾਮ ਸਿਆਣਪ ਹੈ, ਫਾਰਸੀ ਭਾਸ਼ਾ ਦਾ ਸ਼ਬਦ ਆ। ਹੋ ਸਕਦਾ 80-90 ਸਾਲ ਦਾ ਹੋਵੇ ਤੇ ਬੁੱਢੇ ਦਾ ਬੁੱਢਾ ਹੀ ਹੋਵੇ, ਬਜ਼ੁਰਗ ਨਾ ਬਣਿਆ ਹੋਵੇ। ਹੋ ਸਕਦਾ 5-7 ਸਾਲ ਦਾ ਵੀ ਬਜ਼ੁਰਗ ਹੋਵੇ। ਬਾਬਾ ਬੁੱਢਾ ਜੀ 12 ਸਾਲ ਦੇ ਸੀ, ਗੁਰੂ ਨਾਨਕ ਸਾਹਿਬ ਤੋਂ ਮਿਲੇ। ਬੂੜਾ ਨਾਮ ਸੀ, ਬੂੜਾ ਰੰਧਾਵਾ। ਸਤਿਗੁਰਾਂ ਕਿਹਾ ਸੀ ਅਕਲ ਬੁੱਢਿਆਂ ਵਾਲੀ ਹੈ, ਬੁੱਧੀ ਬੁੱਢਿਆਂ ਵਾਲੀ ਹੈ, ਤਾਂ ਬੁੱਢਾ ਨਾਮ ਰੱਖਿਆ ਸੀ। ਬਾਬਾ ਬੁੱਢਾ ਜੀ ਸਾਰੀ ਉਮਰ ਭਾਈ ਬੁੱਢਾ ਵੀ ਸਦਵਾਏ ਨਾ, 12 ਸਾਲ ਦੀ ਉਮਰ ਤੋਂ ਲੈ ਕੇ। ਤੇ ਹੋ ਸਕਦਾ 90 ਸਾਲ ਦੀ ਉਮਰ ਵਾਲੇ ਬੁੱਢੇ ਹੀ ਹੋਣ, ਅਕਲ ਕੌਡੀ ਦੇ ਨਾ ਹੋਵੇ। ਡੇਰਾ ਵਡਭਾਗ ਸਿੰਘ ਦਾ ਉੱਥੇ ਮਹਾਰਾਜ ਦਾ ਸਰੂਪ ਟਰੱਕ ਦੇ ਟੂਲਾਂ 'ਚ ਲਗਾ ਕੇ ਲੈ ਕੇ ਜਾਣਾ ਤੇ ਉੱਥੇ ਜਾ ਕੇ ਖੰਡ ਪਾਠ ਸਾਹਿਬ ਕਰਨੇ। ਪਾਠੀਆਂ ਤੋਂ ਬਗੈਰ ਹੀ ਜਿਹਨੂੰ ਮਰਜ਼ੀ ਤਾਬਿਆ ਭਾਈ ਜਾਣਾ, ਪੈਸੇ ਇਕੱਠੇ ਕਰਨੇ, 30,000 ਇੱਕ ਪਾਠ ਦੀ ਭੇਟਾ ਲੈਣੀ। ਫਿਰ ਬੁੱਢਿਆਂ ਕੋਟੀ ਖਾਣੀ ਜਦੋਂ ਹਜੇ ਪੁੱਠੇ ਕੰਮ ਕਰਦੇ ਆ। ਇਸ ਕਰਕੇ ਗੁਰੂ ਕੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਆਪਣੇ ਇਸ਼ਟ ਦਾ ਨਹੀਂ ਕੋਈ ਦਰਦ ਵੀ। ਸਤਿਗੁਰਾਂ ਦੀ ਬੇਅਦਬੀ ਲੋਕ ਕਰਦੇ ਆ ਦੁਸ਼ਟ, ਉਹਨਾਂ ਤੋਂ ਥਾਂ ਮਾਰ ਦੇਣਾ ਚਾਹੀਦਾ। ਜਿਵੇਂ ਇੱਕ ਨੇ ਹੁਣ ਬੋਰੀ 'ਚ ਪਾ ਕੇ ਆਪਣੇ ਘਰ 'ਚ ਟੋਆ ਪੁੱਟ ਕੇ ਗੁਰੂ ਗ੍ਰੰਥ ਸਾਹਿਬ ਦਬਾ ਦਿੱਤੇ ਸੀ। ਆਪਣੇ ਇਸ਼ਟ ਦੇ ਅਰਦ ਨੂੰ ਜਿਵੇਂ ਗਿਆਨੀ ਗਿਆਨ ਲਿਖਿਆ ਰਤਨ ਸਿੰਘ ਭੰਗੂ ਨੇ, ਪੰਥ ਜੇ ਰਹਾ ਤੋ ਤੇਰੋ ਗ੍ਰੰਥ ਨਹੀਂ ਰਹਿ ਗੋ ਨਾਥ, ਪੰਥ ਨਾ ਰਹਾ ਤੋ ਤੇਰੋ ਗ੍ਰੰਥ ਕੌਣ ਮੰਨੇਗਾ। हे ਸੱਚੇ ਪਾਤਸ਼ਾਹ, ਆਪਣੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ। ਜੇ ਪੰਥ ਰਿਹਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੋਵੇਗੀ, ਜੇ ਤੇਰਾ ਪੰਥ ਨਾ ਰਿਹਾ ਤਾਂ ਤੇਰੇ ਗ੍ਰੰਥ ਸਾਹਿਬ ਨੂੰ ਕੌਣ ਮੰਨੇਗਾ। ਇਹ ਅਰਦਾਸ ਕੀਤੀ ਰਤਨ ਸਿੰਘ ਭੰਗੂ ਨੇ। ਇਸ ਕਰਕੇ ਪੰਥ ਨੂੰ ਤਤਪਰ ਰਹਿਣਾ ਚਾਹੀਦਾ। ਜਿਵੇਂ ਮੁਸਲਮਾਨਾਂ ਦੀ ਮੱਕੇ ਤੋਂ ਪਰੇ ਉਜਾੜ ਹੈ, ਇਸੇ ਤਰ੍ਹਾਂ ਸਿੱਖਾਂ ਵਾਸਤੇ ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਸਭ ਕੁਝ ਉਜਾੜ ਹੀ ਉਜਾੜ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਇਸ਼ਟ ਹੈ ਔਰ ਸਾਰੇ ਸੰਸਾਰ ਦੇ ਸਾਂਝੇ ਗੁਰੂ ਹੈ। ਉਹ ਪਾਗਲ ਲੋਕ ਹੈ ਜਿਨ੍ਹਾਂ ਨੂੰ ਸਤਿਗੁਰਾਂ ਦੀ ਸਿੱਖਿਆ ਨਹੀਂ ਚੰਗੀ ਲੱਗਦੀ, ਸਤਿਗੁਰਾਂ ਦੀ ਬਾਣੀ ਨਹੀਂ ਚੰਗੀ ਲੱਗਦੀ। ਸਤਿਗੁਰਾਂ ਦਾ ਮੱਤਾ ਦਵਾਇਆ ਤਾਂ ਕਿਸੇ ਨਾਲ ਵੀ ਵਿਤਕਰਾ ਨਹੀਂ, ਕਿਸੇ ਨਾਲ ਵੀ ਕਿਸੇ ਪ੍ਰਕਾਰ ਦੀ ਈਰਖਾ ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਉਂਦਾ ਹੈ। ਸਤਿਗੁਰੂ ਦੇ ਸਾਰੇ ਸ੍ਰਿਸ਼ਟੀ ਦਾ ਭਲਾ ਮਨਾਉਂਦੇ ਆ। ਬਰ ਕੇ ਗੁਰ ਬਾਬਾ ਫਿੜਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਨ ਨਿੰਦਕ ਦੁਸ਼ਟ ਸਭ ਤਾਰੇ। ਜਿਹੜਾ ਵੀ ਸਤਿਗੁਰਾਂ ਦੀ ਸ਼ਰਨ ਆ ਜਾਂਦਾ ਸਭ ਦਾ ਪਾਰ ਉਤਾਰਾ ਕਰਨ ਵਾਲੇ ਸਤਿਗੁਰੂ ਹਨ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਨ ਦਾ ਤਹਈਆ ਲੋਕਾਂ ਨੇ ਕੀਤਾ, ਪਾਗਲਾਂ ਨੇ। ਉਹ ਲੋਕ ਸਿਆਣੇ ਨਹੀਂ, ਪਾਗਲ ਹਨ, ਮੂਰਖਾਂ ਵਿਗੜੇ ਹੋਏ ਆ। ਉਹਨਾਂ ਨੂੰ ਜਿਹੜੀ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਹੈ ਥੋੜੀ ਹੈ। ਅੱਗ 'ਚ ਪਾ ਕੇ ਸਾੜ ਦਿਓ ਤੇਲ ਦੀਆਂ ਕੜਾਹਾਂ 'ਚ ਇਹੋ ਜਿਹੇ ਦੁਸ਼ਟਾਂ ਨੂੰ, ਤਾਂ ਵੀ ਕੋਈ ਵੱਡੀ ਸਜ਼ਾ ਨਹੀਂ ਉਹਨਾਂ ਨੂੰ ਸਮਝੀ ਜਾਏਗੀ। ਹਾਂਜੀ, ਗੁਰਾ ਇੱਕ ਦੇਹ ਬੁਝਾਈ। ਔਰ ਇਸ ਪ੍ਰਕਾਰ ਗਣ ਕਰਵਾਂਗੇ ਮਿਲਾ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਐਸੇ ਸਤਿਗੁਰਾਂ ਦੀ ਇੱਕ ਸਿੱਖਿਆ ਵੀ ਜਿਹਨੇ ਭਾਵਨਾ ਨਾਲ ਸੁਣ ਲਈ ਹੈ, ਉਹਦੀ ਮੱਤ ਦੇ ਅੰਦਰ ਰਤਨ ਵਿਰਾਗ ਉਤਪੰਨ ਹੋਇਆ ਹੈ। ਔਰ ਇਸੇ ਤਰ੍ਹਾਂ ਜਵਾਹਰ ਦੀ ਨਿਆਈ ਗਿਆਨ ਪ੍ਰਾਪਤ ਹੋਇਆ ਹੈ। ਔਰ ਇਸੇ ਪ੍ਰਕਾਰ ਮਾਨਕ ਮੋਤੀ ਨਾਮ ਪ੍ਰਭ, ਪਰਮੇਸ਼ਰ ਦਾ ਨਾਮ ਹਿਰਦੇ 'ਚ ਵਸ ਜਾਂਦਾ, ਬੁੱਧੀ ਅੰਦਰ ਪ੍ਰਵੇਸ਼ ਕਰਦਾ। ਜੇ ਸਤਿਗੁਰਾਂ ਦੀ ਇੱਕ ਵੀ ਸਿੱਖਿਆ ਭਾਵਨਾ ਨਾਲ ਸਿੱਖ ਨੇ ਸੁਣ ਲਈ ਤਾਂ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ,
ਸੋ ਮੈਂ ਵਿਸਰ ਨ ਜਾਈ। हे सदगुरु सच्चे पातशाह, हे गुरु रूप सारी सृष्टि आदि अंत क्या अवतारा, सोई गुरु समझिया हमारा। हे सारी सृष्टि के गुरां दे गुरु परमेश्वर अकाल पुरख जी, एक सानू देह बुझाई, साडे अंदर सिक्ख्या बुझा दिओ, सानू मत समझा दिओ सच्चे पातशाह। ते सबना जियां का एक दाता, जिन्नी सृष्टि आप जी ने रची है, कीड़ी तो लैके हाथी तक, और इस प्रकार छोटे से छोटे जीव तो लैके ब्रह्मा तक जिन्नी सृष्टि तुसा रची है, सारे जियां दे एक आप जी ही दाते हो। सो मैं विसर ना जाई। सो ऐसे दाता वाहिगुरु परमात्मा मैनू विसर नहीं जाना चाहिए, सदा स्मृति की याद रहना चाहिए चेते अंदर। जे जुग चारे आरजा होर दसूनी होए। हुण सच्चे पातशाह दस रहे ने, क्योंकि सिद्ध जिहड़े सी कि दसवें द्वार च प्राण चढ़ाने ठहराने उतारने जानते हैं। कोई कोई योगी कामयाब होंदा इन्हां कामां च, और महाराज दस रहे हैं कि जे उम्रां वधा लईए, जिन्ना चिर सवास दसवें द्वार च ठहरे रहन उन्ना चिर शरीर की उम्र वध जाती है, क्योंकि वो लेखे विच नहीं आउंदी। जिवें सतगुरु गोबिंद सिंह साहब महाराज मुक्तसर साहब का जंग फतेह करके अगां मालवे की धरती से जिस वेले विचर रहे सी, थोड़ी दूर जाके जिवें खदराने की ढाब सी ना मुक्तसर साहब, इस तरह की एक ढाब आई जिवें कनाल होंदी छोटी, सो टोभा जिहा, इस प्रकार वो ढाब सी, पानी विच भरिया होया सी, ते उहदे किनारे ते सतगुरां शामां दे वक्त डेरा ला लिया, ते सिंह घोड़ियां वास्ते घाह पट्ठा लैण लई दूसरे पासे चले गए। उधर एक जोगी बैठा, उहदे कोल चेले भी सीगे, ते उस जोगी ने सिखां नूं पुछ लिया सिंघां नूं कि तुसीं, क्योंकि केस दाड़ा वाले सी ना, कि किहदे चेले हो, कौन है तुहाडा गुरु, कित्थे बैठा होया। ਸਿੰਘਾਂ ने दसिया कि गुरु नानक साहब की गद्दी के 10वें वारस श्री गुरु गोबिंद सिंह साहब महाराज, जिन्होंने महान जंगां लड़ियां हैं, भारत वर्ष का भार लाउण वास्ते, गुलामी दूर करने लई, वो साडे सतगुरु हैं, और दूसरे पासे बैठे हुए हैं। जोगी ने क्योंकि लंबी उम्र का मान सी, इन्हें पुछ लिया कि कितनी उम्र है तुहाडे गुरु की। सिखां ने दसिया कि हुणे कोई 37-38 साल होवेगी। ते इह ना खिड़खड़ा के हस पिया, कहण लगा फिर तां कल दे जवाक है, फिर उन्हां नूं मिल के की लैणा। इस तरह की डींग मारी इसने, तो सिंह आ गए सतगुरां दे कोल, इहदे कोल 2-4 चेले भी उहदे कोल आग्या लैके आ गए कि असीं वेख तां आईए, जिहदे मगर इन्नी दुनिया लगी हुई है, वो गुरु नानक साहब की गद्दी के वारस, नाम बड़ा सुनिया सी, देखिए भला उस पीर के दर्शन करिए गुरु के। जिस वक्त आए तो सिखां ने प्रश्न किया दसवें पातशाह ने, महाराज वो जिहड़ा जोगी बैठा आप जी बारे इंज कहा उन्हें। फिर महाराज हस पे, महाराज कहते जोगी नूं लंबी उम्र का माण जू होया। तो सिंह आदे भी महाराज कितनी उम्र है उसकी, महाराज कहते जन्म लए नूं 5120 साल हो गए आ। ये 10वें द्वार च प्राण चढ़ा के बैठा रहिंदा। जो जिहड़े चेले है वो शरीर का ध्यान रखते हैं, कई दिने बैठा रहिंदा समाधि ला के 10वें द्वार च प्राण ठहरा के, इस करके उन्ना चिर शरीर की उम्र वध जाती, लेखे नहीं होंगी, श्वास गिनती नहीं होंगे, तां इन्नी लंबी उम्र है। वो फिर चेले दौड़े गए वापस, कि जिन्होंने तू कल के जवाक दसदा है, बिना ध्यान जोड़न तो 1 सेकंड तेरी उम्र दसदी 5120 साल है। फिर मत्था ठणकिया भी कोई गल है। फिर उठ के आया, आउंदे नूं सतगुरां दे पास रह राज साहब का पाठ हो रहा सी, ते दर्शन करके ते प्रभाव पिया बहुत ज़्यादा। सतगुरु जी कहण लगे आओ जोगी राज च बैठो। रह राज के पाठ की समाप्ति तो अरदासा होया, तो फिर हजूर कहण लगे आओ जोगी जी किवें आउणे होए। फिर इन्हें चरणों से ढाया पिया, नमस्कार की, कहने लगा जी मैं तो आप जी एवं समझिया सी संसारी, पर हमारा दर्शन करके पता लगा आप जी बहुत उच्चे असले दे हो। सतगुरु कहने लगे दस इच्छा की है। कहने लगा जी मैं कैवल मुक्त होना चाहूँगा, कैवल मुक्त। तो मुक्तियां बारे थोड़ी जी बेनती करते हैं, समा अपने को है थोड़ा जहा। गुरु के प्यारे हो, सुर्ग बैकुंठ दी मुक्तियां 4 प्रकार दी मनिया गई। एक तो श्लोक मुक्ति है, दूसरी समीप मुक्ति है, और इस तरह एक सायुज मुक्ति है। ये 4 प्रकार दी मुक्तियां जिस देवते की उपासना करिए उहदे लोक विच प्राप्ति हो जानी अंतरों शरीर त्यागण तो बाद। स्वरूप मुक्ति है कि जिस देवते की उपासना करिए उहदे वर्गा स्वरूप भी बन जाना अपने शरीर का। इस प्रकार फिर एक होर सजुज मुक्ति है कि उस पुरी च पहुँच जाना, उहदे वर्गा रूप भी हो जाना, इनू समीप मुक्ति कहते हैं, उहदे निकट वर्गियां शामिल होना। चौथी सजुज मुक्ति है, उहदे वर्गा स्वरूप बन जाना, उहदी पुरी च पहुँच जाना, निकटवर्ती होना।
ਤੇ ਇੰਨੀ ਸਮਰੱਥਾ ਆ ਜਾਣੀ ਕਿ ਇੱਕੋ ਸਮੇਂ ਅਨੇਕਾਂ ਸਰੂਪ ਧਾਰ ਸਕਣ। ਇਹ 4 ਪ੍ਰਕਾਰ ਦੀਆਂ ਬੈਕੁੰਠ ਦੀਆਂ ਮੁਕਤੀਆਂ। ਜੇ ਕੋਈ ਬ੍ਰਹਮਾ ਦਾ ਉਪਾਸ਼ਕ ਹੈ ਤਾਂ ਬ੍ਰਹਮਾ ਦੀ ਪੁਰੀ 'ਚ ਪਹੁੰਚ ਜਾਏਗਾ। ਜੇ ਕੋਈ ਸ਼ਿਵ ਦਾ ਉਪਾਸ਼ਕ ਸ਼ਿਵਪੁਰੀ 'ਚ, ਵਿਸ਼ਨੂੰ ਦਾ ਉਪਾਸ਼ਕ ਵਿਸ਼ਨੂਪੁਰੀ 'ਚ, ਇਤਿਆਦਿ। ਪਰ ਜਿਸ ਵੇਲੇ ਮਹਾਂਪਰਲੋ ਆਵੇਗੀ, ਹਜ਼ੂਰ ਦਾ ਬਚਨ ਹੈ, ਇੰਦਰਪੁਰੀ ਮੈਂ ਸਰ ਪਰ ਮਰਣਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ, शिवपुरी का होएगा काला, त्रैगुण माया बिरस बिताला। 72 चौकड़ियां जिहड़ियां 4-4 युगां दीयां ਜਦੋਂ ਬੀਤੀਤ ਹੋ ਜਾਂਦੀਆਂ, ਬ੍ਰਹਮੇ ਦਾ ਇੱਕ ਦਿਨ ਬਣਦਾ, ਐਡੀ ਵੱਡੀ ਰਾਤ ਇਸ ਲਿਹਾਜ਼ ਨਾਲ। ਇਸ ਪ੍ਰਕਾਰ ਪਰ ਇਹ ਜਿਹੜੀ ਪਰਲੋ ਇੱਕ ਹੁੰਦੀ ਆ ਅਵਾਂਤਰ ਪਰਲੋ, ਇੱਕ ਨਿਤ ਪਰਲੋ, ਇੱਕ ਨਿਮਿਤ ਪਰਲੋ, ਇੱਕ ਮਹਾਪਰਲੋ। ਜਿਹੜੀ ਨਿਤ ਪਰਲੋ ਸੁੱਤਾ ਬੰਦਾ ਮਰਿਆ ਬਰਾਬਰ ਮੰਨਿਆ ਗਿਆ, ਵੀ ਪੱਗ ਲੈ ਜਾਏ ਜੁੱਤੀ ਲੈ ਜਾਏ ਨਹੀਂ ਪਤਾ ਲੱਗਦਾ, ਇਹ ਨਿਤ ਪਰਲੋ। ਇੱਕ ਨਿਮਿਤ ਪਰਲੋ ਜਦੋਂ ਸਰੀਰਾਂ ਦੀ ਉਮਰ ਖਤਮ ਹੁੰਦੀ ਹੈ ਤੇ ਸਰੀਰ ਖਤਮ ਹੋ ਜਾਂਦਾ। ਸਿਆਣੇ ਕਹਿੰਦੇ ਆਪ ਹੋਏ ਜਗ ਪਰਲੋ, ਆਪ ਮਰ ਕੇ ਜਗ ਪਰਲੋ ਹੋ ਗਿਆ, ਸਮਝੋ। ਤੇ ਇਸੇ ਤਰ੍ਹਾਂ ਅਵਾਂਤਰ ਪਰਲੋ ਜਦੋਂ 4 ਯੁਗ ਸਮਾਪਤ ਹੁੰਦੇ ਆ ਉਦੋਂ ਪਰਲੋ ਹੁੰਦੀ ਹੈ। ਇਹ ਸ੍ਰਿਸ਼ਟੀ ਮਾਤ ਲੋਕ ਦੀ ਨਹੀਂ ਰਹਿੰਦੀ। ਔਰ ਇੱਕ ਮਹਾਪਰਲੋ ਹੈ ਜਿਸ ਵੇਲੇ ਬ੍ਰਹਮਾ ਦੀ 100 ਸਾਲ ਉਮਰ ਪੂਰੀ ਹੁੰਦੀ ਹੈ, ਉਦੋਂ ਪਰਲੋ ਆਉਂਦੀ ਹੈ। ਨਾ ਇਸ ਮਾਤ ਲੋਕ ਦੇ ਕੁਛ ਰਹਿੰਦਾ, ਨਾ ਸੁਰਗ ਕੁੰਡ ਦੀਆਂ ਪੁਰੀਆਂ ਰਹਿੰਦੀਆਂ, ਤੇ ਜਿਹੜਾ ਪਾਣੀ ਹੈ ਇਹ ਵੀ ਨਹੀਂ ਰਹਿੰਦਾ, ਇਹ ਹਵਾ 'ਚ ਰਲ ਜਾਂਦਾ ਤੇ ਹਵਾ ਵੀ ਖਤਮ ਹੋ ਜਾਂਦੀ ਹੈ। ਜਿਹੜੀ ਮਿੱਟੀ ਹੈ ਪਾਣੀ 'ਚ ਲੈ ਹੋ ਜਾਣੀ ਹੈ, ਜਿਹੜਾ ਪਾਣੀ ਹਵਾ 'ਚ ਲੈ ਹੋ ਜਾਣਾ। ਆਖਰ ਤੇ ਜਿਹੜੀ ਮਾਇਆ ਹੈ ਇਹ ਤੜ ਰੂਪ ਹੋ ਕੇ ਪਰਮੇਸ਼ਰ ਵਿੱਚ ਹੀ ਲੈ ਹੋ ਜਾਂਦੀ, ਖਤਮ ਹੋ ਜਾਂਦਾ, ਕੁਛ ਨਹੀਂ ਰਹਿੰਦਾ। ਜਦੋਂ ਵਾਹਿਗੁਰੂ ਫਿਰ ਫੁਰਨਾ ਕਰਦਾ ਉਸ ਵੇਲੇ ਫਿਰ ਸ੍ਰਿਸ਼ਟੀ ਰਚ ਜਾਂਦਾ। ਉਹ ਜਿਹੜੇ ਦੇਵਤਿਆਂ ਦੇ ਪਾਸ਼ਕ ਲੋਕ ਮੁਕਤੀ ਸੁਰਗ ਬੈਂਕ ਹੁੰਦੀ ਜਿਹਨਾਂ ਨੂੰ ਮਿਲੀ ਹੁੰਦੀ ਹੈ, ਜਿਸ ਵੇਲੇ ਪਰਮੇਸ਼ਰ ਨਵੇਂ ਸਿਰੋਂ ਫਿਰ ਸ੍ਰਿਸ਼ਟੀ ਸਾਜਦਾ, ਉਹੀ ਰੂਹਾਂ ਫਿਰ ਜਨਮ ਧਾਰ ਕੇ ਫਿਰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਭੋਗਦੀਆਂ। ਜਿਹੜੀ ਪਰਮੇਸ਼ਰ ਦੀ ਭਗਤੀ ਹੈ ਇਹਦੇ ਦੁਆਰਾ ਮੁਕਤੀ ਮਿਲਦੀ ਹੈ, ਕੈਵਲ ਮੁਕਤੀ, ਜੀਵਨ ਮੁਕਤੀ, ਵਿਦੇਹ ਮੁਕਤੀ ਆਦਿ। ਇਹ ਮੁਕਤੀ ਅਸਲੀ ਹੈ। ਕੈਵਲ ਮੁਕਤੀ ਦਾ ਮਤਲਬ ਜਦੋਂ ਇਹਨੇ ਪੁੱਛਿਆ ਵੀ ਬਾਰੇ ਮੈਂ ਕੈਵਲ ਹੋਣਾ ਚਾਹੁੰਦਾ ਤਾਂ ਸਤਿਗੁਰਾਂ ਨੂੰ ਥਾਪੜਾ ਦਿੱਤਾ ਸੀ, ਸ਼ਾਬਾਸ਼, ਚੰਗੀ ਇੱਛਾ ਮਨ 'ਚ ਰੱਖੀ ਹੈ। ਮਾਰੇ ਕਹਿਣ ਲੱਗੇ ਹੁਣ ਕਸਰ ਤੇਰੇ ਅੰਦਰ ਇਹ ਆ ਵੀ ਤੈਨੂੰ ਗੁਰੂ ਨਹੀਂ ਪੂਰਾ ਮਿਲਿਆ, ਤੈਨੂੰ ਉਹਨੇ ਇਸ ਤਰ੍ਹਾਂ 10ਵੇਂ ਦਵਾਰ 'ਚ ਪ੍ਰਾਣ ਚੜਾ ਕੇ ਠਹਿਰਾਉਣੇ ਉਤਾਰਨੇ ਦੱਸਦੇ, ਤੇ ਤੂੰ ਇਹ ਪੁਰਾਣਾ ਖਲੜਾ ਜਿਹੜਾ ਹੈ ਗੋਦੜਾ ਧਾਰਨ ਕਰਕੇ ਰੱਖਿਆ ਹੋਇਆ ਤੇ ਇਹਦੇ ਵਿੱਚ ਮੋਹ ਪੈ ਗਿਆ ਤੈਨੂੰ, ਇਹ ਸਰੀਰ ਨਾਲ ਲਗਾ, ਇਹਨੂੰ ਉਮਰ ਵਧਾਉਣ 'ਚ ਲੱਗਾ ਹੋਇਆ, ਇਹ ਸਜੀਵੀ ਨਹੀਂ ਰਹਿਣਾ। ਇੱਕ ਦਿਨ ਤਾਂ ਕੋਈ ਨਾ ਕੋਈ ਰੋਗ ਰੂਪੀ ਠੋਲਾ ਵੱਜਾ, ਕੋਈ ਸੱਟ ਫੇਟ ਲੱਗ ਗਈ, ਐਕਸੀਡੈਂਟ ਕੁਛ ਵੀ ਹੋ ਜਾਏ ਤੇ ਸਰੀਰ ਖਤਮ ਹੋਣਾ ਹੀ। ਇਹ ਸਜੀਵੀ ਰਹਿਣ ਵਾਲੀ ਚੀਜ਼ ਨਹੀਂ। ਇਹਦੇ ਨਾਲ ਜਿੰਨੀ ਉਮਰ ਵਧਾਈ ਜਾਂਦੀ ਉਹਨਾਂ ਮੋਹ ਵਧੀ ਜਾਂਦਾ। ਤਾਂ ਮਹਾਰਾਜ ਸਾਹਿਬ ਨੇ ਫਿਰ 9ਵੇਂ ਪਾਤਸ਼ਾਹ ਦਾ ਜਿਹੜਾ ਸ਼ਬਦ ਆ ਨਾ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨਿਆ, ਹੁਣ ਰਾਗੀ ਸਿੰਘ ਪਹਿਲਾਂ ਗਾਇਨ ਕਰ ਰਹੇ ਸੀ, ਇਹ 17 ਲੱਛਣ ਕੈਵਲ ਮੁਕਤ ਮਹਾਤਮਾ ਦੇ ਦੱਸੇ। ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁਖ ਸਨੇਹ ਔਰ ਭੈ ਨਹੀਂ ਜਾਗਾ, ਕੰਚਨ ਮਾਟੀ ਮਨ ਨਾ ਨੰਦਿਆ ਨਾ ਉਸਤਤ ਜਾਗਾ, ਲੋਭ ਮੋਹ ਬਮਾਨਾ, ਹਰਖ ਸੋਗ ਤੇਰਾ ਹੈ ਨਿਆਰੋ ਨਾਹੀ ਮਾਨ ਪਮਾਨਾ, ਆਸਾ ਮਰਸਾ ਸਗਲ ਤਿਆਗਾ, ਜਗ ਤੇਰਾ ਹੈ ਨਿਰਾਸਾ, ਕਾਮ ਕ੍ਰੋਧ ਜੇ ਪਰਸਾ ਨਾ ਹੈ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ। ਮਾਰੇ ਕਹਿੰਦੇ ਇਹੋ ਜਿਹੇ ਲੱਛਣ ਜਿਨ੍ਹਾਂ ਦੇ ਅੰਦਰ ਹੋਣ ਉਹ ਬ੍ਰਹਮ ਗਿਆਨੀ ਵਿਦੇਹ ਮੁਕਤ ਹੁੰਦੇ ਆ, ਕੈਵਲ ਮੁਕਤ ਹੁੰਦੇ ਆ, ਮੁੜ ਕੇ ਜਨਮ ਨਹੀਂ ਉਹਨਾਂ ਦਾ ਹੁੰਦਾ, ਪਰਮਾਤਮਾ ਵਿੱਚ ਹੀ ਅਭੇਦ ਹੋ ਜਾਂਦੇ ਆ। ਇਸ ਪ੍ਰਕਾਰ ਰੱਬ ਦੀ ਭਗਤੀ ਕਰਨ 'ਚ ਲੱਗ, ਅੱਜ ਤੋਂ ਬਾਅਦ ਸਿਮਰਨ ਵਿੱਚ ਚਿੱਤ ਜੋੜ ਲਾ, ਉਮਰ ਵਧਾਉਣ 'ਚ ਨਾ ਲੱਗ, ਸਰੀਰ ਦਾ ਮੋਹ ਤਿਆਗ ਦੇ, ਮੁਕਤ ਹੋ ਜਾਏਗਾ। ਸ਼ਾਬਾਸ਼, ਤੁਰਦੀਆਂ ਸਿੱਧੀਆਂ ਜਿਹੜੀ ਫਸਿਆ, ਇੱਛਾ ਚੰਗੀ ਰੱਖੀ ਆ ਮਨ ਅੰਦਰ, ਇਸ ਪ੍ਰਕਾਰ ਕਲਿਆਣ ਕੀਤੀ ਸੀ। ਇਉਂ ਸਾਧ ਸੰਗਤ ਜੀ ਇਹ ਲੰਬੀ ਉਮਰ ਵਧਾਉਣ ਦੇ ਖਿਆਲ 'ਚ ਜਿਹੜੇ ਯੋਗੀ ਸੀ, ਇਸ ਪ੍ਰਕਾਰ ਸਮਾਧੀਆਂ ਲਾ ਕੇ ਪ੍ਰਾਣ ਠਹਿਰਾ ਕੇ 10ਵੇਂ ਦਵਾਰ 'ਚ ਉਮਰਾਂ ਵਧਾਉਣ 'ਚ ਲੱਗੇ ਹੋਏ ਸੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ, ਖੰਡਨ ਕਰ ਰਿਹਾ ਕਿ ਜੇ ਯੁਗ ਚਾਰੇ ਆਰਜਾ, ਇੱਕ ਯੁਗ ਦੀ ਉਮਰ ਜਿਹੜੀ ਕਲਯੁਗ ਦੀ ਹੈ 4,32,000 ਵਰਾ, ਦੁਆਪਰ ਦੀ 8,64,000 ਵਰਾ ਹੈ। ਇਸੇ ਤਰ੍ਹਾਂ 33 4,32,000 ਹੋਰ ਵਿੱਚ ਜੋੜ ਲਓ ਤੇ ਸਤਯੁਗ ਦੀ 17 ਲੱਖ ਤੇ ਕੁਝ ਹਜ਼ਾਰ ਵਰੇ ਉਮਰ ਹੈ। ਇਸ ਤਰ੍ਹਾਂ ਇਸ ਪ੍ਰਕਾਰ ਇਉਂ 4 ਯੁਗ ਉਮਰ ਜੇ ਮਾਰੇ ਕਹਿੰਦੇ ਕਿਸੇ ਦੀ ਹੋ ਜੇ ਯੁਗ ਚਾਰੇ ਆਰਜਾ, 4 ਯੁਗ ਉਮਰ ਵੀ ਕਿਸੇ ਦੀ ਹੋ ਜਾਏ ਤੇ ਇੱਥੇ ਹੀ ਬਸ ਨਹੀਂ, ਹੋਰ ਦਸੋਣੀ ਹੋਏ, 10 ਗੁਣਾ ਹੋਰ ਵੱਧ ਜਾਏ ਜੇ ਕਿਸੇ ਦੀ ਉਮਰ 40 ਯੁਗ ਉਮਰ ਹੋ ਜਾਏ ਕਿਸੇ ਦੀ। ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਇੰਨੀ ਪ੍ਰਸਿੱਧੀ ਪ੍ਰਾਪਤ ਕਰ ਲੈ, ਰਿੱਧੀ ਸਿੱਧੀ ਲੋਕਾਂ ਵਾਸਤੇ ਬੜੀ ਵੱਡੀ ਚੀਜ਼ ਹੈ। ਜੇ ਕੋਈ ਸਿੱਧੀ ਜਾਂ ਰਿੱਧੀ ਜਾਂ ਨਿੱਧੀ ਵਿਖਾ ਦੇ ਲੋਕਾਂ ਨੂੰ, ਸਭ ਸੰਸਾਰ ਮਗਰ ਲੱਗ ਪਏਗਾ। ਤਾਂ ਔਰ ਇਹ ਕਹਿੰਦੇ 9 ਖੰਡਾਂ ਵਿੱਚ ਜਾਣਿਆ ਜਾਏ, ਪ੍ਰਸਿੱਧ ਹੋ ਜਾਏ, ਏਡਾ ਯੋਗੀ ਤਗੜਾ ਹੋਵੇ, ਨੂੰ ਪ੍ਰਸਿੱਧ ਕਰ ਲੈ ਸਾਰੀ ਦੁਨੀਆ 'ਚ,
ਤੇ ਜਦੋਂ ਕਿਸੇ ਪਾਸੇ ਨੂੰ ਤੁਰੇ ਸਭ ਦੁਨੀਆ ਨਾਲ ਹੀ ਤੁਰ ਪਵੇ, ਉਸਦੇ ਮਗਰ ਹੀ ਲੱਗੇ ਫਿਰਨ ਸਾਰੇ। ਸੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ। ਤੇ ਕੋਈ ਵੀ ਉਹਦੀ ਨਿੰਦਿਆ ਨਾ ਕਰੇ, ਸਾਰੇ ਲੋਕ ਕਹਿਣ ਬੜਾ ਚੰਗਾ ਹੈ। ਇਸ ਤਰ੍ਹਾਂ ਆਪਣਾ ਨਾਮ ਚੰਗਾ ਰਖਾ ਲੈ, ਦੁਨੀਆ ਦੇ ਅੰਦਰ ਪ੍ਰਸਿੱਧੀ ਹਾਸਲ ਕਰ ਲੈ। ਜਸ ਕੀਰਤ ਜਗ ਲੈ, ਜਗ ਦੇ ਗੱਗੇ ਨੂੰ ਸਿਹਾਰੀ, ਜਗ ਦੇ ਅੰਦਰ ਦੁਨੀਆ ਦੇ ਅੰਦਰ ਜਸ ਤੇ ਕੀਰਤੀ ਪ੍ਰਾਪਤ ਕਰੇ। ਦੋ ਅੱਖਰ ਹਨ, ਅਰਥ ਦੋਵਾਂ ਇੱਕੋ ਹੀ। ਇਹਦਾ ਮਤਲਬ ਕਿ ਮੂੰਹ ਦੇ ਵੀ ਜਸ ਹੁੰਦਾ ਹੋਵੇ ਤੇ ਪਿੱਠ ਪਿੱਛੇ ਵੀ ਲੋਕ ਕੀਰਤੀ ਕਰਨ, ਘਰ ਘਰ ਵਿੱਚ ਉਹਦੀ ਕੀਰਤੀ ਫੈਲ ਜਾਏ। ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੈ ਕਿ। ਪਰ ਜਿਸ ਤਿਸ ਪ੍ਰਮਾਤਮਾ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਨਹੀਂ ਉਹ ਜੀਵ ਆਇਆ, ਉਸਨੇ ਪਸੰਦ ਨਹੀਂ ਕੀਤਾ, ਜੀਵ ਨੂੰ ਚੰਗਾ ਨਹੀਂ ਲੱਗਾ, ਵਾਹਿਗੁਰੂ ਨੂੰ ਭਾਇਆ ਨਹੀਂ, ਤਾਂ ਬਾਤ ਨਾ ਪੁੱਛਿਆ ਕਿ ਉਹਦੀ ਪਰਲੋਕ ਵਿੱਚ ਕੋਈ ਬਾਤ ਵੀ ਨਹੀਂ ਪੁੱਛੇਗਾ। ਇਹ ਸਾਰੀਆਂ ਗੱਲਾਂ ਇੱਥੇ ਦੁਨੀਆ ਦੀਆਂ ਵਡਿਆਈਆਂ ਜਿਹੜੀਆਂ ਮਹਾਰਾਜ ਕਹਿੰਦੇ ਦੁਨੀਆ ਦੀਆਂ ਵਡਿਆਈਆਂ ਮੈਂ ਸੰਤਰ ਪਾਗਾਂ ਜੋ ਮਿਲਾ ਪਿਆਰਾ ਆਪਣਾ ਤੇ ਬੋਲ ਕਰਾਗਾਂ। ਇਸੇ ਪ੍ਰਕਾਰ ਲੋਕਾਂ ਕੀ ਵਡਿਆਈ ਮਾਤੇ ਬੈ ਸੰਤਰ ਯਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਮਹਾਰਾਜ ਕਹਿੰਦੇ ਲੋਕਾਂ ਦੀਆਂ ਵਡਿਆਈਆਂ ਜਿਹੜੀਆਂ ਮਿਲਦੀਆਂ ਇਹ ਅੱਗ 'ਚ ਪਾ ਕੇ ਸਾੜ ਸੁੱਟੀਏ, ਇਹਨਾਂ ਕਿਸੇ ਕੰਮ ਨਹੀਂ ਆਉਣਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੀ ਵਡਿਆਈ ਕਿਸੇ ਅਰਥ ਨਹੀਂ, ਕੋਈ ਅਰਥ ਨਹੀਂ ਰੱਖਦੀ, ਇਹਨੇ ਕਲਿਆਣ ਨਹੀਂ ਸਾਡੀ ਕਰ ਦੇਣੀ। ਸਗੋਂ ਜਿਹੜੀ ਮਾਣ ਪ੍ਰਤਿਸ਼ਠਾ ਕਰਾਉਣ ਦੀ ਇੱਛਾ ਹੈ ਲੋਕਾਂ ਦੇ ਮੱਥੇ ਟਿਕਾਉਣ ਦੀ, ਕਬੀਰ ਜੀ ਕਹਿੰਦੇ ਕਬੀਰ ਭਾਰ ਪਰਾਈ ਸਿਰ ਚੜ੍ਹੈ ਚੱਲਿਓ ਚਾਹੇ ਬਾਟ, ਆਪਣੇ ਭਾਰੈ ਨਾ ਡਰੈ ਹੋ ਗਿਆ ਆਗਾ ਉਹ ਘਟਘਾਟ। ਜਦੋਂ ਤੱਕ ਅੰਦਰਲੀਆਂ ਘਾਟੀਆਂ ਸਰ ਨਹੀਂ ਕੀਤੀਆਂ, ਉੱਪਰ ਸਮਾਨ ਬਰਾਗ ਰੂਪੀ ਟਿੱਲੇ ਤੇ ਚੜ੍ਹ ਕੇ ਵਾਹਿਗੁਰੂ ਦਾ ਦਰਸ਼ਨ ਨਹੀਂ ਕੀਤਾ, ਜਿਹਨੂੰ ਕਬੀਰ ਨੇ ਕਿਹਾ ਆਪ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਆਏ ਭੈ ਕੋਈ ਨਾ ਸਕਿਆ ਪਛਾਣੀ। ਜਦੋਂ ਤੱਕ ਇਹ ਅਵਸਥਾ ਪ੍ਰਾਪਤ ਨਹੀਂ ਕੀਤੀ ਤੇ ਲੋਕਾਂ ਨੂੰ ਕੋਲੋਂ ਮਾਣ ਪ੍ਰਤਿਸ਼ਠਾ ਕਰਾਉਣ ਦੀ ਇੱਛਾ ਰੱਖਦਾ, ਇਹ ਬਗਾਨਾ ਭਾਰ ਸਿਰਾਂ ਤੇ ਸਿਰ ਤੇ ਚੜੀ ਜਾਂਦਾ, ਚੱਲਣਾ ਚਾਹੁੰਦਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਬਾਟ ਰਸਤੇ ਤੇ। ਸੋ ਇਸ ਪ੍ਰਕਾਰ ਆਪਣੇ ਭਾਰ ਤੋਂ ਡਰਦਾ ਨਹੀਂ, ਲੋਕਾਂ ਦੀਆਂ ਪੰਡਾਂ ਚੁੱਕੀ ਜਾਂਦਾ। ਸਿਆਣਾ ਬੰਦਾ ਤੇ ਲੋਕਾਂ ਦੀ ਪੰਡ ਕਿਉਂ ਚੱਕੇਗਾ? ਔਰ ਇਸ ਪ੍ਰਕਾਰ ਮਾਣ ਪ੍ਰਤਿਸ਼ਠਾ ਦੀ ਇੱਛਾ ਪੰਡਾਂ ਚੁੱਕਣ ਵਾਲੀ ਬਾਤ ਹੈ। ਕੋਈ ਮਹਾਤਮਾ ਚੜ੍ਹਾਈ ਕਰਦੇ ਤੇ ਬੜੇ ਜਾਗ ਪੈਂਦੇ ਪੱਗ ਦੇ ਵਾਰਸ ਤੋਂ ਮੈਨੂੰ ਪੱਗ ਵੱਜੇ, ਇਹ ਮੂਰਖਤਾ ਹੀ ਲੋਕਾਂ ਦੀ ਵਿਆਨਤਾ ਹੈ। ਜੋ ਸਿਆਣਾ ਹੋਵੇਗਾ ਉਹ ਨਹੀਂ ਕਦੇ ਇੱਛਾ ਰੱਖੇਗਾ। ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਵੱਡੇ ਸੰਤਾਂ ਨੇ ਕਈ ਵਾਰੀ ਇਹ ਬਚਨ ਕੀਤਾ ਸੀ, ਭਾਈ ਕਰਤਾਰ ਸਿੰਘ ਜੀ ਜ਼ਿੰਮੇਵਾਰੀ ਤੁਹਾਨੂੰ ਸੰਭਾਲਣੀ ਹੈ। ਇੱਕ ਵਾਰੀ ਉਹ ਕਹਿਣ ਲੱਗੇ ਮਹਾਂਪੁਰਸ਼ੋ ਤੁਸੀਂ ਬਾਰ-ਬਾਰ ਕਹੀ ਤਾਂ ਜਾਂਦੇ ਹੋ ਪਰ ਇਹ ਜ਼ਿੰਮੇਵਾਰੀ ਇਹ ਪੰਡ ਬੜੀ ਵੱਡੀ ਹੈ, ਮੈਂ ਸਮਝਦਾ ਕਿ ਮੈਂ ਇਹਦੇ ਯੋਗ ਨਹੀਂ ਹੈ, ਕਿਸੇ ਹੋਰ ਸਿੰਘ ਸਿਆਣੇ ਨੂੰ ਸੌਂਪੋ। ਤਾਂ ਫਿਰ ਉਹਨਾਂ ਨੇ ਦਬਕਾ ਮਾਰਿਆ, ਕਹਿਣ ਲੱਗੇ ਸਾਡੇ ਅੱਖਾਂ ਦੇ ਸਾਹਮਣੇ ਇੱਕ ਕਿਸੇ ਸੇਵਾਦਾਰ ਨੇ ਮਹਾਤਮਾ ਦਾ ਬਚਨ ਨਹੀਂ ਸੀ ਮੰਨਿਆ ਤੇ ਇਸ ਕਾਰਨ ਕਰਕੇ ਉਹਨੂੰ ਹੀਰ ਨੇ ਗੋਹੇ ਚੁਗਦਾ ਭਿੱਖਿਆ ਮੰਗਦਾ ਸੀ ਦੇਖਿਆ, ਤੂੰ ਦੱਸ ਨਰਕਾਂ ਨੂੰ ਜਾਣਾ ਕਿ ਜ਼ਿੰਮੇਵਾਰੀ ਸੰਭਾਲਣੀ ਹੈ? ਫਿਰ ਹੱਥ ਜੋੜ ਕੇ ਕਹਿਣ ਲੱਗੇ ਜੀ ਆਪਣੀ ਖੁਸ਼ੀ ਨਾਲ ਜੋ ਤੁਸੀਂ ਕਰੋ ਠੀਕ ਹੈ। ਕਹਿਣ ਲੱਗੇ ਫਿਰ ਅੱਜ ਤੋਂ ਬਾਅਦ ਜਦੋਂ ਅਸੀਂ ਬਚਨ ਕਰੀਏ ਤੂੰ ਵਿਰੋਧਤਾ ਨਹੀਂ ਕਰਨੀ, ਅੱਗੋਂ ਨਾ ਨਹੀਂ ਕਰਨੀ। 7 ਵਜੇ ਕਹਿਣ ਲੱਗੇ 7 ਵਜੇ ਇਹਨੂੰ ਡਰਾ ਲਿਆ ਸੀ ਕਿ ਜੋ ਅਸੀਂ ਕਹਿੰਦੇ ਤੁਹਾਨੂੰ ਮੰਨਣਾ ਪੈਣਾ। ਸੰਤ ਜਰਨੈਲ ਸਿੰਘ ਖਾਲਸਾ ਜੀ ਔਰ ਨਹੀਂ ਸੀ ਮੰਨਦੇ, ਸਾਰੇ ਜਥੇ ਦੇ ਸਿੰਘਾਂ ਨੇ ਜ਼ੋਰ ਲਾਇਆ। ਫਿਰ ਬਾਬਾ ਠਾਕੁਰ ਸਿੰਘ ਨੇ ਅੰਦਰ ਵਾੜ ਕੇ ਕਿਹਾ ਵੀ ਭਾਈ ਜਰਨੈਲ ਸਿੰਘ ਇਹ ਜ਼ਿੰਮੇਵਾਰੀ ਤੁਹਾਨੂੰ ਚੁੱਕਣੀ ਪੈਣੀ ਹੈ। ਔਰ ਇਸ ਪ੍ਰਕਾਰ ਕੁਝ ਭਾਈ ਅਮਰੀਕ ਸਿੰਘ ਬਾਰੇ ਕਹਿ ਰਹੇ ਸੀ ਤਾਂ ਉਸ ਵੇਲੇ ਭਾਈ ਅਮਰੀਕ ਸਿੰਘ ਮਹਾਂਪੁਰਸ਼ਾਂ ਨੇ ਕਿਹਾ ਬਾਬਾ ਠਾਕੁਰ ਸਿੰਘ ਨੇ ਤੇ ਨਾਲ ਰਹਿ ਕੇ ਚੱਲੋਗੇ ਤਾਂ ਜ਼ਿਆਦਾ ਮਾਣ ਪ੍ਰਾਪਤ ਕਰੋਗੇ, ਇਸ ਤਰ੍ਹਾਂ ਵਿਰੋਧਤਾ ਕਰੋਗੇ ਵੀ ਮੈਨੂੰ ਜ਼ਿੰਮੇਵਾਰੀ ਮਿਲੇ ਤਾਂ ਸਤਿਕਾਰ ਨਹੀਂ ਹੋਵੇਗਾ। ਉਹ ਕਹਿਣ ਲੱਗੇ ਜੀ ਮੇਰੇ ਪਿਤਾ ਸੰਤ ਕਰਤਾਰ ਸਿੰਘ ਖਾਲਸਾ ਨੇ ਤੁਹਾਡਾ ਵਚਨ ਨਹੀਂ ਸੀ ਕਦੇ ਮੋੜਿਆ, ਮੈਂ ਕੌਣ ਤੁਹਾਡਾ ਵਚਨ ਦੇਣ ਵਾਲਾ, ਜੋ ਤੁਸੀਂ ਕਹਿੰਦੇ ਉਸੇ ਤਰ੍ਹਾਂ ਠੀਕ ਹੈ। ਫਿਰ ਪਿਤਾ ਜੀ ਨੂੰ ਪੁੱਛਿਆ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਕਿ ਪਿਤਾ ਜੀ ਸਾਰੇ ਸਿੰਘ ਜ਼ੋਰ ਲਾਈ ਜਾਂਦੇ ਦੱਸੋ ਕੀ ਕਰੀਏ? ਤਾਂ ਉਸ ਵੇਲੇ ਕਿਹਾ ਸੀ ਭਾਈ ਜਰਨੈਲ ਸਿੰਘਾ ਤੂੰ ਆਪ ਤੇ ਇੱਛਾ ਨਹੀਂ ਕੀਤੀ, ਜੇ ਹੁਣ ਸਿੰਘ ਜਥੇ ਦੇ ਸਾਰੇ ਕਹਿ ਰਹੇ ਆ, ਸੰਤ ਕਰਤਾਰ ਸਿੰਘ ਆਪ ਤੇਰੇ ਬਾਰੇ ਕਹਿ ਗਏ ਆ ਤੇ ਫਿਰ ਤਾਂ ਵਚਨ ਮੰਨਣਾ ਹੀ ਪੈਣਾ, ਇਹ ਜ਼ਿੰਮੇਵਾਰੀ ਸੰਭਾਲੋ, ਹੋਰ ਕੌਣ ਸੰਭਾਲੇਗਾ? ਔਰ ਇਸ ਪ੍ਰਕਾਰ ਤਾਂ ਉਹਨਾਂ ਜ਼ਿੰਮੇਵਾਰੀ ਸੰਭਾਲੀ ਸੀ, ਤਾਂ ਮੰਨਦੇ ਹੀ ਨਹੀਂ ਸੀ। ਜਿਹੜਾ ਯੋਗ ਹੋਵੇਗਾ ਬੰਦਗੀ 'ਚ ਲੱਗਾ ਹੋਇਆ ਅੰਦਰ ਦੇ ਰਸ ਨੂੰ ਮਾਣ ਰਿਹਾ ਉਹ ਕਾਹਨੂੰ ਇਹ ਜ਼ਿੰਮੇਵਾਰੀਆਂ 'ਚ ਪਵੇਗਾ? ਜਿਹੜਾ ਖਾਲੀ ਹੁੰਦਾ ਨਾ ਸਾਧ ਸੰਗਤ ਉਹ ਖੜਕਦਾ ਭਾਂਡਾ, ਉਹ ਵੀ ਸ਼ੂਸ਼ਾ ਘੱਟ ਬੋਲਾ, ਉਹ ਇਹੋ ਜਿਹੇ ਬਚਨ ਕਰਦਾ ਮੈਂ ਯੋਗ ਆ, ਮੈਨੂੰ ਪੱਗ ਬੰਨੋ, ਮੈਂ ਇੰਨੇ ਚਿਰ ਦਾ ਨਾਲ ਰਹਿਣਾ, ਮੈਨੂੰ ਕਿਉਂ ਰਹਿਣ ਦਿੱਤਾ? ਜੇ ਜਦੋਂ ਸੰਤ ਸੁੰਦਰ ਸਿੰਘ ਖਾਲਸਾ ਜੀ ਨੇ ਸੰਤ ਗੁਰਬਚਨ ਸਿੰਘ ਬਾਰੇ ਬਚਨ ਕੀਤਾ ਔਰ ਉਸ ਵੇਲੇ ਕਿਹਾ ਲਿਆਓ ਦਸਤਾਰਾ ਦੀ ਸਿੰਘ ਨੂੰ ਸਰੋਪਾ ਦਈਏ, ਈਰਖਾ ਵਾਸਤੇ ਸਰੋਪਾ ਹੀ ਨਾ ਲਿਆਇਆ ਅੰਦਰੋਂ। ਮਹਾਂਪੁਰਸ਼ਾਂ ਬਾਜੇ ਦੀ ਫੁਲਕਾਰੀ ਖੋਲ ਕੇ, ਕਿਉਂਕਿ ਆਪ ਮੰਜੇ ਤੇ ਸੀਗੇ ਉਸ ਵੇਲੇ, ਫੁਲਕਾਰੀ ਖੋਲ ਕੇ ਸਿਰ ਤੇ ਰੱਖਦੀ ਲੈ ਗੁਰਬਚਨ ਸਿੰਘਾ ਉਹ ਸਰੋਪਾ ਸਮਝ ਨਹੀਂ। ਔਰ ਲਾਗੇ ਸਰੋਂ ਦਾ ਖੇਤ ਸੀ, ਕਹਿੰਦੇ ਇੱਕ ਸਿੰਘ ਫੁੱਲ ਤੋੜ ਕੇ ਦਿਓ,
और फुल फड़ के सिर ते रख के कह लगे इस तरह भगती की खुशबू वंडदिया जाएगा सारी दुनिया से गुरबचन सिंह तेरी वाह वाली को वेख सकता। फिर एक दो सिंह आए खास कह लगे कि ये गुरबचन सिंह जी को तुसीं जिम्मेवारी देती है सारी, ये इंज है जिवें मोर के खंभ बड़े सोहने होंदे आ, आवाज़ बड़ी सोहनी होंदी है, पर पैर नहीं चंगे होंदे, पैरों वाल लेके झूरदा रहिंदा। तो महापुरुष कहते तू सदा झूरदा रहेगा। वो बंदा सारी उम्र झूरदा रहा, हुण मैं नाम नहीं उसका लैना। और इस प्रकार एक ने होर कुछ कहा सी भी ये प्रबंध किवें संभालेगा, सुधे जे सुभाव दा है, ये जिम्मेवारी वाला काम किवें संभालेगा। कह लगे गुरमुख है सुधे सुभाव दा, इहनूं जिहड़ा इक्को काम सौंपिया 100 सेवा वर्गी इक्को सेवा सौंपी है गुरबाणी की कथा दी। तेरे वर्गे बाकी प्रबंध संभालण वाले बड़े नाल तुरे फिरनगे, जे तू रहना अनसारी हो गया नाल रहन भज जा इत्थों। और इस प्रकार दे 2-3 सिखां नाल इहो जिहे बचन होए सी, कुछ के नाराज हो गए, बाकी सारे अनसारी हो गए रहे। और इस प्रकार साध संगत जी उन्होंने फिर अपने जीवन दौरान गुरु ग्रंथ साहिब सच्चे पातशाह की 27 वाली कथा की है। 27वीं कथा चल रही थी जो शरीर ते आ गया। और 40 साल के करीब उन्होंने महापुरुषों ने भारत के कोने कोने से जाके भगती की खुशबू वंडी। अंतले श्वासां तक उन्होंने चेहरा सदा खिड़िया ही रहा, हसूं हसूं करते रहे। और बहुत बड़ी देन दी खालसा पंथ नूं उन्होंने। बहुत ज्यादा अखंड पाठी शुद्ध पाठ करने वाले बनाए, बहुत ज्यादा प्रचारक बनाए। नगरां दी संगतां नेकां ने उन्होंने कोलों नितनेम की संथया सिंहां तो की और लखां दे ताईं ने अमृतपान कराया। इस प्रकार उन्होंने अपने जीवन दौरान ऐसी महान सेवा कमाई। इस प्रकार गुरु के प्यारे हो जो योग होंदा है वह बगानियां पढ़ना चकण वास्ते नहीं सिर अगे करता, वह नौनों को दूर रहिंदा है। पर जो संसारी लोग आए मान प्रतिष्ठा भी फसे हुए, जिवें पृथ्वी चंद से समझदा सी कि ऐश्वर्य की चीज है गुरगाई गति, मथे टिकणगे धन दौलत वाधू, अगे पिछे नौकर चौकर सेवादार भजे फिरनगे। ये नहीं सी पता भी ये सारे संसार की पंड चुकण वाली बात है। गुरियाई कोई छोटी जी गल सी। सतगुरु अर्जन देव धुरों आए सी, इस करके उन्होंने सिर ते सतगुरां गुरियाई का शब्द रखा। इउं साध संगत सतगुरु नारे कह रहे हैं भाई चंगा नाम रखाए कि जस कीरत लग जग ले। जिहो जिहियां वडियाइयां लै भी लवे दुनिया दे विच प्राप्त कर लवे तां दुनिया की वडियाई मत समझो। इत्थे इंदिरा गांधी नूं मत्थे टेकदे जां कमर नूं मत्थे टेक रहे हैं ते परलोक में भी वो सचखंड बैठी होगी, नहीं नरकां नूं कोई गई है, भूतनी बनी हुई है। साढ़े जथेदार सिंह एक भाई महा सिंह मटौर चंडीगढ़ के लागे पिंड उन्होंने वो कथा करन गए सी चंडीगढ़ 17 सैक्टर में। तो उत्थे एक परिवार मिलिया, उन्होंने फिर घर ले जाके प्रसादा छकाया तो नाल हड्ड बीती सुनाई कि असी सारा परिवार डॉक्टर हाँ जी। घर वाला सिंह भी डॉक्टर से, पत्नी भी डॉक्टर, उनका लड़का भी डॉक्टर। तो जम्मू तो उन्हें 9 विआह के लिया सी, डॉक्टर से डॉक्टरी की हुई सी उसने। और जिथे जम्मू जो पेकिया का घर से लागे एक घर में इंदिरा गांधी का आउण जाण सी, इस करके इस कुड़ी नूं भी मिलती रही आ इंदिरा गांधी। हुण जदों सिंघां ने चढ़ाती गड्डी ते बाद विच उहदी रूह इहनूं आ के विखाई दिंदी सी। साडी नूंह जिस वेले विखाई दिंदी सी इहनूं दबाव पै जांदा सी ते बेहोश हो जांदी सी। असीं डॉक्टरां कोल ले जांदे रहे इलाज करन लई, पर बीबी कहण लगी भी मैं सियाणी बैणी आ, मैनूं कोई बीमारी नहीं, मैनूं इंदिरा गांधी दिखाई दिंदी आ ते फिर मैं बेहोश हूँ। और इस प्रकार फिर सियाणे मलाणे को ले जांदे रहे, ना गल बनी। आखिर फिर गुरुद्वारा साहब संगत में बुलाया कि ये बीबी ने इस तरह का नुक्शा है, जो कोई तुहाडे जो है सिंह इलाज करना जानता दसो। ताकि सिंह सी गुरमुख ग्रंथी सिंह वो कह लगा होर तां कोई इलाज नहीं, मेरे दिमाग 'च गल आई है कि जिथे बीबी सौंदी दे सराणे बाबे जरनैल सिंह की फोटो रख दो, इंदिरा गांधी मुड़ के आवेगी। ये केवल मखौल नाल गल नहीं बनाई हुई, ये वो बीती हुई घटना है। और उन्होंने विखाई फोटो भी इत्थे बीबी सौंदी है, जिदन की फोटो लगी है उदों बाद इन्हूं कदे दबा नहीं पिया, कदे बेहोश नहीं हुई। और फिर मत्था टेकते सी, फोटो की पूजा करते सी। तो बाबे महासो ने कहा भी नहीं इंज तां संत नाराज होणगे, फोटो की पूजा ना करा करो, इत्थे गुटका साहब रखो, बाणी पढ़िया करो तो बाणी नूं मत्था टेके दो, फोटो लगी रहण दिओ। इस करके घरां शहीद सिंघां दीआं, गुरमुखां दीआं, साधुआं संतां दीआं, गुरु साहिबां दी तस्वीरां लाउणीआं कोई माड़ी बात नहीं। मूर्ति पूजा नहीं पंथ ने सिख ने करनी, पर तस्वीर चंगिया ही लाया जान जिन्होंने दर्शन करके चंगा प्रभाव मन से पवे। इवें मंदियां फोटो नहीं लाउणी जिहड़ियां घरां दे अंदर। सो इस प्रकार गुरु के प्यारे हो इवें इस दुनिया के चार चोचले लोग कर जाएंगे, मथे टिका लेंगे, पूजा होगी, सम्मान मिलेगा। कबरां नूं भी मथे टेकी जाते लोग, जिन्हां बारे पता ही नहीं कि किहदी कबर है उन्होंने भी मथा टेकी जाते लोग, जिहदा कोई इतिहास ही नहीं। सो इस प्रकार की पूजा संसार उलझिया होया।
ਤੇ ਇਉਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਕਹਿ ਰਹੇ ਆ ਕਿ ਬਾਤ ਨਾ ਪੁੱਛਿਆ ਕਿ ਜੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਅੰਦਰ ਨਹੀਂ ਜੀਵ ਆਇਆ ਤੇ ਉਹਦੀ ਕੋਈ ਬਾਤ ਨਹੀਂ ਪੁੱਛੇਗਾ ਦਰਗਾਹ ਅੰਦਰ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਕੀੜਿਆਂ ਦੇ ਅੰਦਰ ਕੀੜਾ ਬਣਾਇਆ ਜਾਵੇਗਾ ਉਸ ਨੂੰ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਲੁਧਾਈ ਕੇ ਨਗਰ ਜਦੋਂ ਗੁਰੂ ਸਰਮਰਾਜ ਵਾਲਾ ਜੰਗ ਫਤਿਹ ਕੀਤਾ, ਹਜੂਰ ਸੈਰ ਨੂੰ ਚੜ੍ਹੇ, ਲੁਧਾਈ ਕੇ ਨਗਰ ਦੇ ਬਾਹਰ ਉਜਾੜ ਚ ਆ ਰਹੇ ਸੀ ਕਿ ਸੱਪ ਆਉਂਦਾ ਸੀ ਭੱਜਾ, ਤੇ ਸਿੱਖਾਂ ਨੇ ਕਿਹਾ ਮਾਰੇ ਸੱਪ ਆਉਂਦਾ ਤੁਹਾਡੇ ਵੱਲ ਨੂੰ। ਹਜੂਰ ਨੇ ਨਜ਼ਰ ਪਾਈ, ਕਹਿਣ ਲੱਗੇ ਬਿਧੀ ਚੰਦਾ ਸ਼ਰਨ ਆਉਂਦਾ ਹੈ, ਇਹਨੂੰ ਨਾ ਕੁਛ ਕਿਹਾ ਨਾ ਆਉਣ ਦੇ। ਸਤਿਗੁਰੂ ਘੋੜੇ ਤੋਂ ਉਤਰ ਕੇ ਖਲੋ ਗਏ। ਜਿਸ ਵੇਲੇ ਆਇਆ ਚਰਨਾਂ 'ਚ ਉਹਨੇ ਆਪਣੀ ਫਨ ਸੁੱਟ ਦਿੱਤੀ ਹੇਠਾਂ। ਹਜੂਰ ਨੇ ਆਪਣਾ ਜੋੜਾ ਛੁਹਾਇਆ ਚਰਨਾਂ ਦਾ, ਉਹਦਾ ਸਰੀਰ ਫਟ ਗਿਆ, ਵਿੱਚ ਕਿਰਮ ਪਏ ਹੋਏ ਸੀ। ਤਾਂ ਉਸ ਵੇਲੇ ਬਿਧੀ ਚੰਦ ਨੇ ਪੁੱਛਿਆ, ਮਹਾਰਾਜ ਜੀ ਇਹ ਕਿਸ ਦੀ ਕਲਿਆਣ ਕੀਤੀ ਆਪ ਜੀ ਨੇ? ਮਹਾਰਾਜ ਕਹਿੰਦੇ ਹੁਣੇ ਵਿਖਾ ਦਿੰਦਾ। ਉਸ ਵੇਲੇ ਉਹਦੇ ਸਰੀਰ 'ਚੋਂ ਪ੍ਰਕਾਸ਼ ਨਿਕਲਿਆ ਤੇ ਬੰਦੇ ਵਰਗਾ ਆਕਾਰ ਬਣ ਗਿਆ ਉਸ ਪ੍ਰਕਾਸ਼ 'ਚ। ਉਹਨੇ ਫਿਰ ਦੱਸਿਆ, ਮਹਾਰਾਜ ਮੈਂ ਇਸ ਇਲਾਕੇ ਦਾ ਵਿਦਵਾਨ ਬ੍ਰਾਹਮਣ ਸੀ, ਗੁਰੂ ਕਹਾਉਂਦਾ ਸੀ, ਤੇ ਜਿੰਨੇ ਅਕਰਮ ਮੇਰੇ ਸਰੀਰ 'ਚ ਪਏ ਹੋਏ ਆ ਕੀੜੇ, ਇਹ ਸਾਰੇ ਮੇਰੇ ਚੇਲੇ ਸੀ। ਇਹ ਪੂਜਾ ਦਾ ਧਿਆਨ ਲਿਆ ਕੇ ਮੈਨੂੰ ਛਕਾਉਂਦੇ ਸੀ, ਮੈਂ ਮੱਥੇ ਟਿਕਾ ਛੱਡਦਾ ਸੀ, ਨਾ ਮੈਂ ਆਪ ਬੰਦਗੀ ਕਰਦਾ ਸੀ ਨਾ ਇਹਨਾਂ ਤੋਂ ਕਰਾਈ। ਮੈਂ ਮਰ ਕੇ ਸੱਪ ਦੀ ਜੂਨ 'ਚ ਪੈ ਗਿਆ ਤੇ ਮੇਰਾ ਧਿਆਨ ਧਰਨ ਕਰਕੇ ਕਿਰਮ ਬਣ ਕੇ ਮੇਰੇ ਸਰੀਰ ਨੂੰ ਖਾ ਰਹੇ ਆ। ਤੁਹਾਡੀ ਮਿਹਰ ਦੀ ਨਜ਼ਰ ਹੋਈ ਹੈ ਸੱਚੇ ਪਾਤਸ਼ਾਹ, ਜਿਵੇਂ ਮੇਰੀ ਕਲਿਆਣ ਕੀਤੀ ਇਹਨਾਂ ਕਿਰਮਾਂ ਦੀ ਵੀ ਕਰ ਦਿਓ। ਤਾਂ ਉੱਥੇ ਇਸ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਕਲਿਆਣ ਸਰ ਸਾਹਿਬ ਪਾਤਸ਼ਾਹੀ ਛੇਵੀਂ। ਸਤਿਗੁਰਾਂ ਨੇ ਸੱਪ ਦੀ ਤੇ ਕੀੜਿਆਂ ਦੀ ਕਲਿਆਣ ਉੱਥੇ ਕੀਤੀ ਸੀ। ਨਾਲ ਬਦਲ ਕੀਤਾ ਬਿਧੀ ਚੰਦਾ ਵੇਖ ਜਿਹੜੇ ਝੂਠੇ ਲੋਕ ਗੁਰੂ ਬਣ ਕੇ ਬਹਿ ਜਾਂਦੇ ਆ ਮੱਥੇ ਟਿਕਾਉਣ ਦੀ ਲਾਲਸਾ ਵਸ, ਫਿਰ ਇਹੋ ਜਿਹੀ ਹਾਲਤ ਉਹਨਾਂ ਦੀ ਹੁੰਦੀ ਹੈ। ਕੀੜਿਆਂ ਅੰਦਰ ਕੀੜਾ ਬਣਾ ਕੇ ਪਰਮੇਸ਼ਰ ਉੱਥੇ ਪੈਦਾ ਕਰ ਦਿੰਦਾ। ਦੋਸ਼ੀ ਦੋਸ਼ ਧਰੇ। ਦੋਸ਼ ਵਾਲੇ ਲੋਕ ਜਿਹੜੇ ਦੋਸ਼ੀ ਆ ਨਾ, ਗੁਨਾਹਗਾਰ, ਉਹ ਵੀ ਦੋਸ਼ ਰੋਕਦੇ ਆ ਵੀ ਮਾੜੇ ਕਰਮਾਂ ਕਰਕੇ ਕੀੜੇ ਬਣੇ ਹੋਏ ਆ। ਸੋ ਇਸ ਪ੍ਰਕਾਰ ਟੇਢੀਆਂ ਜੂਨਾਂ ਦੇ ਜੀਆਂ ਦੀ ਇਸ ਤਰ੍ਹਾਂ ਬਿਰਦੀ ਹੁੰਦੀ ਆ। ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਬਹੁਤ ਵੱਡਾ ਪਰਉਪਕਾਰੀ ਹੈ। ਜਿਹੜੇ ਨਿਰਗੁਣ ਲੋਕ ਹੈ ਨਾ, ਗੁਣਾਂ ਤੋਂ ਸਖਣੇ, ਉਹਨਾਂ ਦੇ ਉੱਪਰ ਉਪਕਾਰ ਕਰਦਾ ਪਰਮਾਤਮਾ। ਨਿਰਗੁਣ ਵਾਲਿਆਂ ਨੂੰ, ਨਿਰਗੁਣ ਆਰਿਆਂ ਨੂੰ ਗੁਣ ਬਖਸ਼ਦਾ ਹੈ। ਜਿਹੜੇ ਪਹਿਲਾਂ ਗੁਣਵੰਤ ਹਨ, ਸੋ ਗੁਣਵੰਤ ਹਨ, ਉਹਨਾਂ ਨੂੰ ਜਿਹੜੇ ਗੁਣ ਦਿੱਤੇ ਪਰਮੇਸ਼ਰ ਦੇ ਦਿੱਤੇ ਹੋਏ ਅਥਵਾ ਹੋਰ ਗੁਣ ਬਖਸ਼ਦਾ ਹੈ। ਨਿਰਗੁਣ ਆਰਿਆਂ ਨੂੰ ਨਾਨਕ ਨਿਰਗੁਣ ਗੁਣ ਕਰੇ, ਉਪਕਾਰ ਕਰਦਾ ਉਹਨਾਂ ਤੇ। ਜਿਹੜੇ ਨਿਰਗੁਣ ਵੀ ਸ਼ਰਨ ਪੈ ਜਾਂਦੇ ਆ, ਉਹਨਾਂ ਦੇ ਉਪਕਾਰ ਕਰਦਾ, ਭਲਾ ਕਰਦਾ, ਪਾਰ ਉਤਾਰਾ ਕਰਦਾ ਪਰਮੇਸ਼ਰ। ਸ਼ਰਨ ਪੈ ਕੇ ਰਾਖਤਾ ਨਾ ਹਿੰਸਾ ਸਾਇਆ। ਜਿਹੜੇ ਪਹਿਲਾਂ ਗੁਣੀ ਹੈ ਉਹਨਾਂ ਨੂੰ ਹੋਰ ਗੁਣ ਬਖਸ਼ਦਾ ਹੈ, ਭਗਤੀ ਵਾਲੇ ਕਲਿਆਣ ਕਰ ਦਿੰਦਾ ਹੈ। ਕਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਇਹੋ ਜਿਹਾ ਕੋਈ ਨਹੀਂ ਸਾਨੂੰ ਸੁਝਦਾ ਲੱਭਦਾ ਦਿਖਾਈ ਦਿੰਦਾ ਜਿਹੜਾ ਉਸ ਪ੍ਰਮਾਤਮਾ ਦੇ ਉੱਪਰ ਕੋਈ ਉਪਕਾਰ ਕਰੇ। ਇਸੇ ਕਰਕੇ ਉਸ ਅਕਾਲ ਪੁਰਖ ਦਾ ਪੱਲਾ ਫੜਾਇਆ ਕਿ ਉਹਨੂੰ ਵੱਡਾ ਕੋਈ ਨਹੀਂ। ਸੋ ਉਹ ਹੀ ਉਪਕਾਰ ਕਰਨ ਵਾਲਾ, ਸਾਰੇ ਜੀਆਂ ਦਾ ਭਲਾ ਕਰਨ ਵਾਲਾ, ਉਹ ਹੀ ਸਾਰਿਆਂ ਨੂੰ ਗੁਣ ਬਖਸ਼ਣ ਵਾਲਾ ਹੈ। ਉਹਦੀ ਸ਼ਰਨ ਗ੍ਰਹਿਣ ਕਰੋ। ਐਸਾ ਕੋਈ ਨਹੀਂ ਜਿਹੜਾ ਉਹ ਤੋਂ ਵੱਡਾ ਹੋਵੇ ਤੇ ਉਸ ਪ੍ਰਮਾਤਮਾ ਦੇ ਉੱਪਰ ਕੋਈ ਗੁਣ ਕਰੇ, ਉਪਕਾਰ ਕਰੇ, ਉਹ ਸਭ ਤੋਂ ਵੱਡਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦਾ ਪੱਲਾ ਫੜਾਇਆ ਹੈ। ਤੇ ਬਨੌਟੀ ਜਿਹੜੇ ਕਰਮ ਹੈ, ਭੇਗ ਵਾਲੇ ਬਨੌਟੀ, ਬਾਹਰ ਦੇ ਧਰਮ ਦੇ ਕਰਮ, ਉਹਨਾਂ ਦਾ ਖੰਡਨ ਕਰਕੇ ਤੇ ਬੰਦਗੀ ਕਰਕੇ ਆਪਣੇ ਮਨ ਦੀ ਪਵਿੱਤਰਤਾ ਕਰਨ ਦਾ ਉਪਦੇਸ਼ ਦਿੱਤਾ ਹੈ। ਤੇ ਇਸ ਪ੍ਰਕਾਰ ਨਾਮ ਦਾ ਹੀ ਵਿਖਿਆਨ ਕੀਤਾ ਇਹਨਾਂ ਦੋਵਾਂ ਪੌੜੀਆਂ ਸੱਚੇ ਪਾਤਸ਼ਾਹ ਨੇ। ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰ ਲਈਆਂ। ਅੱਗੇ ਵਾਸਤੇ ਸ੍ਰੇਸ਼ਟ ਸੋਝੀ ਤੇ ਸੁਮਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ